प्यारे विद्यार्थियों, मैं परमिंदर तांगड़ी लैक्चरर बायोलॉजी ਤੁਹਾਡਾ ਸਭ ਦਾ ਬਾਇਓਲੋਜੀ ਕਲਾਸਿਸ ਵਿੱਚ ਸਵਾਗਤ ਕਰਦਾ ਹਾਂ। ਬੱਚਿਓ, ਤੁਸੀਂ ਸਭ ਆਪਣੀ 10th ਕੰਪਲੀਟ ਕਰਨ ਤੋਂ ਬਾਅਦ ਦੇ ਵਿੱਚ 10+1 ਦੇ ਵਿੱਚ ਐਂਟਰ ਕਰ ਚੁੱਕੇ ਹੋ। ਤੁਸੀਂ ਸਾਰਿਆਂ ਨੇ 10ਵੀਂ ਦੇ ਵਿੱਚ ਬਹੁਤ ਅੱਛੀ ਤਿਆਰੀ ਕੀਤੀ ਸੀ, ਬਟ ਕੋਵਿਡ-19 ਦੇ ਚਲਦਿਆਂ ਤੁਹਾਡੇ ਫਾਈਨਲ ਐਗਜ਼ਾਮ ਨਹੀਂ ਹੋ ਸਕੇ, ਜਿਸ ਕਰਕੇ ਤੁਹਾਡੇ ਪ੍ਰੀ ਬੋਰਡ ਐਗਜ਼ਾਮਸ ਦੀ ਪਰਫਾਰਮੈਂਸ ਦੇ ਬੇਸ ਤੇ ਹੀ ਤੁਹਾਨੂੰ ਨੈਕਸਟ ਕਲਾਸ ਦੇ ਵਿੱਚ ਪ੍ਰਮੋਟ ਕੀਤਾ ਗਿਆ। ਸੋ ਤੁਹਾਡੇ ਸਾਰਿਆਂ ਦੇ ਮਨ ਦੇ ਵਿੱਚ ਇਹ ਕੁਝ ਸ਼ੰਕੇ ਰਹੇ ਹੋਣਗੇ ਕਿ ਅਸੀਂ ਬਹੁਤ ਅੱਛੇ ਐਗਜ਼ਾਮਸ ਦੇਣੇ ਸੀ, ਸਾਡੇ ਮਾਰਕਸ ਬਹੁਤ ਅੱਛੇ ਆ ਸਕਦੇ ਸੀ, ਬਟ ਬੇਟਾ ਕੰਡੀਸ਼ਨਸ ਇਹੋ ਜਿਹੀਆਂ ਸੀ ਕਿ ਸਰਕਾਰ ਨੂੰ ਇਹ ਫੈਸਲਾ ਲੈਣਾ ਪਿਆ। ਪਰ ਹੁਣ ਅਸੀਂ 10+1 ਦੇ ਵਿੱਚ ਆ ਚੁੱਕੇ ਹਾਂ, ਇਸ ਕਰਕੇ ਸਾਨੂੰ ਇੱਕ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਸਾਨੂੰ ਸਬਜੈਕਟ ਨੂੰ ਨਵੇਂ ਸਿਰੇ ਤੋਂ ਸਟਾਰਟ ਕਰਨਾ ਚਾਹੀਦਾ ਹੈ। ਸੋ ਉਸ ਦੇ ਤਹਿਤ ਹੀ ਤੁਹਾਡੀਆਂ ਵੱਖ-ਵੱਖ ਸਬਜੈਕਟ ਦੀਆਂ ਕਲਾਸਿਸ ਤੁਹਾਨੂੰ ਮਿਲ ਰਹੀਆਂ ਨੇ। ਸਾਰੇ ਟੀਚਰਸ ਤੁਹਾਨੂੰ ਆਨਲਾਈਨ ਕੰਟੈਂਟ ਪ੍ਰੋਵਾਈਡ ਕਰ ਰਹੇ ਹੈ। ਸੋ ਬੇਟਾ, ਅੱਜ ਅਸੀਂ ਵੀ ਆਪਣਾ ਬਾਇਓਲੋਜੀ ਦਾ ਸਬਜੈਕਟ ਸਟਾਰਟ ਕਰਨ ਜਾ ਰਹੇ ਹਾਂ। ਇਸ ਸਬਜੈਕਟ ਨੂੰ ਸਟਾਰਟ ਕਰਨ ਤੋਂ ਪਹਿਲਾਂ ਸਾਨੂੰ ਇਸ ਸਬਜੈਕਟ ਦੀ ਇੱਕ ਸਮਝ ਡਿਵੈਲਪ ਕਰਨੀ ਪਏਗੀ ਕਿ ਆਖਰ ਬਾਇਓਲੋਜੀ ਸਬਜੈਕਟ ਹੈ ਕੀ, ਸਾਡੇ ਲਈ ਇਹ ਕਿਵੇਂ ਇੰਪੋਰਟੈਂਟ ਹੈ। ਸੋ ਉਸੇ ਦੇ ਤਹਿਤ ਹੀ ਇਸ ਚੈਪਟਰ ਦੇ ਵਿੱਚ ਅਸੀਂ ਬਾਇਓਲੋਜੀ ਦੀ ਇੰਪੋਰਟੈਂਸ ਡਿਸਕਸ ਕਰਾਂਗੇ। ਇਸ ਤੋਂ ਇਲਾਵਾ ਬੇਟਾ, ਅਸੀਂ ਇਕੱਠਿਆਂ ਨੇ ਪੜ੍ਹਨਾ ਹੈ। ਲਗਭਗ 2 ਸਾਲ ਤਾਂ ਅਸੀਂ ਸਕੂਲ ਦੇ ਵਿੱਚ ਹੀ ਪੜ੍ਹਾਂਗੇ। ਵੈਸੇ ਵੀ ਅਧਿਆਪਕ ਤੇ ਵਿਦਿਆਰਥੀ ਦਾ ਰਿਸ਼ਤਾ ਜਿਹੜਾ ਹੈਗਾ, ਉਹ ਇੱਕ ਐਸਾ ਰਿਸ਼ਤਾ ਹੁੰਦਾ ਹੈ ਜਿਹੜਾ ਸਾਰੀ ਉਮਰ ਤੱਕ ਰਹਿੰਦਾ ਹੈ, ਜਿਹਦੇ ਵਿੱਚ ਟੀਚਰ ਵੀ ਬੱਚਿਆਂ ਨੂੰ ਯਾਦ ਕਰਦਾ ਹੈ ਕਿ ਬੱਚੇ ਵੀ ਆਪਣੇ ਅਧਿਆਪਕ ਨੂੰ ਯਾਦ ਕਰਦੇ ਹੈ। ਇਸ ਕਰਕੇ ਅਸੀਂ ਸਭ ਤੋਂ ਪਹਿਲਾਂ ਆਪਣਾ ਇੱਕ ਵਧੀਆ ਰਿਸ਼ਤਾ ਡਿਵੈਲਪ ਕਰੀਏ, ਆਪਣੀ ਇੱਕ ਸਮਝ ਡਿਵੈਲਪ ਕਰੀਏ, ਫਿਰ ਹੀ ਅਸੀਂ ਸਬਜੈਕਟ ਦੀ ਸਮਝ ਡਿਵੈਲਪ ਕਰ ਸਕਦੇ ਹਾਂ। ਸੋ ਬੇਟਾ, ਇਸ ਕਰਕੇ ਜਿੰਨੇ ਵੀ ਸਟੂਡੈਂਟਸ ਮੇਰੇ ਨਾਲ ਜੁੜਨਗੇ, ਉਹ ਸਕਰੀਨ ਦੇ ਉੱਤੇ ਮੇਰਾ WhatsApp ਨੰਬਰ ਵੀ ਦਿੱਤਾ ਹੋਇਆ, ਤਾਂ ਉਹ ਮੇਰੇ ਨਾਲ WhatsApp ਦੇ ਉੱਤੇ ਕੰਟੈਕਟ ਦੇ ਵਿੱਚ ਰਹਿਣਗੇ। ਜਦੋਂ ਤੱਕ ਅਸੀਂ ਆਨਲਾਈਨ ਕਲਾਸਿਸ ਲਵਾਂਗੇ, ਤੁਸੀਂ ਸਭ ਨੇ ਜੋ ਕੰਮ ਮੈਂ ਇੱਥੋਂ ਕਰਵਾਊਂਗਾ, ਉਹ ਕੰਮ ਦੇ ਨੋਟਸ ਬਣਾ ਕੇ ਪ੍ਰੋਪਰ ਮੈਨੂੰ WhatsApp ਕਰਨੇ ਆ। ਉਸ ਦੀ ਫੋਟੋਗ੍ਰਾਫਸ ਕਲਿੱਕ ਕਰਕੇ ਆਪਣੇ ਰਜਿਸਟਰ ਬਾਇਓਲੋਜੀ ਦੇ ਘਰ ਲਗਾ ਲੈਣੇ ਆ। ਅਤੇ ਜੇ ਕਿਤੇ ਵੀ ਕੋਈ ਡਾਊਟ ਲੱਗਦਾ ਹੈ ਤਾਂ ਮੈਨੂੰ WhatsApp ਦੇ ਉੱਤੇ ਕਿਸੇ ਵੀ ਟਾਈਮ ਤੁਸੀਂ ਆਪਣਾ ਕੁਐਸਚਨ ਪੁੱਛ ਕੇ ਛੱਡ ਸਕਦੇ ਹੋ। ਮੈਨੂੰ ਜਦੋਂ ਵੀ ਟਾਈਮ ਲੱਗਦਾ, ਮੈਂ ਤੁਹਾਡੇ ਕੁਐਸਚਨਸ ਦਾ ਜ਼ਰੂਰ ਰਿਪਲਾਈ ਕਰਦਾ। ਸੋ ਇਸ ਕਰਕੇ ਬੇਟਾ, ਇੱਕ ਵਧੀਆ ਸਮਝ ਡਿਵੈਲਪ ਕਰੀਏ। ਜੋ ਮੈਂ ਤੁਹਾਡੇ ਤੋਂ ਐਕਸਪੈਕਟ ਕਰ ਰਿਹਾ ਉਹ ਤੁਸੀਂ ਮੈਨੂੰ ਦੇਵੋ, ਅਤੇ ਜੋ ਤੁਹਾਡੀਆਂ ਐਕਸਪੈਕਟੇਸ਼ਨਸ ਹੈਗੀਆਂ ਨੇ, ਉਹਨਾਂ ਐਕਸਪੈਕਟੇਸ਼ਨਸ 'ਤੇ ਖਰਾ ਉਤਰਨ ਦੀ ਮੈਂ ਵੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕਰੂੰਗਾ। ਸੋ ਅਸੀਂ ਇੱਕ ਵਧੀਆ ਤਰੀਕੇ ਨਾਲ ਸਬਜੈਕਟ ਨੂੰ ਲੈ ਕੇ ਚੱਲਣਾ ਹੈ। ਇਸ ਕਰਕੇ ਸਾਰੇ ਸਟੂਡੈਂਟਸ ਮੇਰੇ ਨਾਲ ਜੋ ਬਾਇਓਲੋਜੀ ਕਲਾਸਿਸ ਦੇ ਵਿੱਚ ਜੁੜਨਗੇ, ਉਹ ਇਸ ਤਰੀਕੇ ਨਾਲ ਜੁੜਨ ਕਿ ਜੋ ਮੈਂ ਤੁਹਾਡੇ ਤੋਂ ਡਿਮਾਂਡ ਕਰੂੰਗਾ, ਜਿਹੜੀਆਂ ਕਮਿਟਮੈਂਟਸ ਤੁਹਾਡੇ ਤੋਂ ਮੈਂ ਕਰਵਾਊਂਗਾ, ਜਿਹੜੀਆਂ ਤੁਸੀਂ ਮੈਨੂੰ ਗੱਲਾਂ ਕਹੋ ਕਿ ਹਾਂ ਸਰ ਅਸੀਂ ਇਹ ਕੰਮ ਕਰਕੇ ਵਿਖਾਵਾਂਗੇ, ਉਹ ਤੁਹਾਨੂੰ ਕਰਨਾ ਪਏਗਾ। ਆਪਣੀਆਂ ਕਮਿਟਮੈਂਟਸ ਪੂਰੀਆਂ ਕਰਨੀਆਂ ਪੈਣਗੀਆਂ। ਸੋ ਇਸ ਕਰਕੇ ਬੇਟਾ, ਅਸੀਂ ਵਧੀਆ ਤਰੀਕੇ ਨਾਲ ਸਬਜੈਕਟ ਨੂੰ ਚਲਾ ਸਕੀਏ, ਕਿਉਂਕਿ ਸਬਜੈਕਟ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਅਤੇ ਔਖਾ ਸੌਖਾ ਕੁਛ ਵੀ ਨਹੀਂ ਹੈ। ਸਾਰੇ ਸਬਜੈਕਟਸ ਨੂੰ ਮੈਂ ਇੱਕੋ ਜਿਹੀ ਮੰਨਦਾ ਹਾਂ। ਜਿਹੜੇ ਸਬਜੈਕਟ ਦੇ ਵਿੱਚ ਬੱਚੇ ਦਾ ਇੰਟਰਸਟ ਵਧੀਆ ਬਣ ਜਾਂਦਾ ਹੈ, ਜਿਹਨੂੰ ਪੜ੍ਹਨ ਲੱਗ ਜਾਂਦਾ, ਉਸ ਨੂੰ ਸੌਖਾ ਲੱਗਣ ਲੱਗ ਜਾਂਦਾ ਹੈ, ਅਤੇ ਜਿਹੜੇ ਸਬਜੈਕਟ ਦੇ ਵਿੱਚ ਉਹ ਇੰਟਰਸਟ ਘੱਟ ਲੈਂਦਾ, ਉਸ ਨੂੰ ਔਖਾ ਲੱਗਣ ਲੱਗ ਜਾਂਦਾ ਹੈ। ਜੇ ਉਸ ਹਿਸਾਬ ਨਾਲ ਵੇਖਿਆ ਜਾਵੇ ਬੇਟਾ, ਤਾਂ ਆਪਣਾ ਸਬਜੈਕਟ ਤੁਹਾਡੇ ਲਈ ਬਹੁਤ ਸੌਖਾ ਹੋਣ ਵਾਲਾ ਹੈ, ਕਿਉਂਕਿ ਬਾਇਓਲੋਜੀ ਇੱਕ ਬੜਾ ਹੀ ਇੰਟਰਸਟਿੰਗ ਸਬਜੈਕਟ ਹੈ। ਸੋ ਕਿਸ ਤਰ੍ਹਾਂ ਇਹ ਇੰਟਰਸਟਿੰਗ ਹੈ, ਕੀ ਕੁਛ ਅਸੀਂ ਇਸ ਦੇ ਵਿੱਚ ਪੜ੍ਹਨਾ ਹੈ, ਉਹ ਸਭ ਦੇ ਲਈ ਅੱਜ ਮੈਂ ਤੁਹਾਡੇ ਕੋਲੇ ਪਹਿਲਾ ਲੈਕਚਰ ਲੈ ਕੇ ਆਇਆ, ਜਿਸ ਦੇ ਵਿੱਚ ਅਸੀਂ ਬਾਇਓਲੋਜੀ ਦੀ ਇੰਪੋਰਟੈਂਸ ਬਾਰੇ ਪੜ੍ਹਾਂਗੇ। ਸੋ ਸਟਾਰਟ ਕਰਦੇ ਹਾਂ ਸਾਡਾ ਅੱਜ ਦਾ ਟੌਪਿਕ, ਇੰਪੋਰਟੈਂਸ ਆਫ ਬਾਇਓਲੋਜੀ। ਸੋ ਪਿਆਰੇ ਵਿਦਿਆਰਥੀਓ, ਸਭ ਤੋਂ ਪਹਿਲਾਂ ਸਾਡੇ ਮਾਈਂਡ ਦੇ ਵਿੱਚ ਕੁਐਸਚਨ ਇਹੀ ਆ ਰਿਹਾ ਹੈ ਕਿ ਵਾਟ ਇਜ਼ ਦਾ ਇੰਪੋਰਟੈਂਸ ਆਫ ਬਾਇਓਲੋਜੀ। ਬਾਇਓਲੋਜੀ ਸਬਜੈਕਟ ਸਾਡੇ ਲਈ ਕਿਵੇਂ ਇੰਪੋਰਟੈਂਟ ਹੈ, ਬਾਇਓਲੋਜੀ ਸਬਜੈਕਟ ਹੈ ਕੀ, ਇਸ ਦੀਆਂ ਸਾਰੀਆਂ ਡਿਟੇਲਸ ਅਸੀਂ ਅੱਜ ਦੇ ਵਿੱਚ ਕਰਾਂਗੇ। ਸੋ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਗੱਲ ਕਲੀਅਰ ਕਰ ਦੇਣਾ ਚਾਹੁੰਦਾ ਕਿ ਸਾਡਾ ਅੱਜ ਦਾ ਜੋ ਟੌਪਿਕ ਹੈ, ਉਹ ਟੌਪਿਕ ਕੀ ਹੈ। ਅਸੀਂ ਸਭ ਤੋਂ ਪਹਿਲਾਂ ਬਾਇਓਲੋਜੀ ਸਬਜੈਕਟ ਦੀ ਇੰਪੋਰਟੈਂਸ ਨੂੰ ਪੜ੍ਹਦੇ ਹੋਏ ਇਹ ਗੱਲ ਮਹਿਸੂਸ ਕਰਾਂਗੇ, ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਇਹ ਸਬਜੈਕਟ ਸਾਡੇ ਲਈ ਕਿਉਂ ਜ਼ਰੂਰੀ ਹੈ, ਕਿਉਂ ਅਸੀਂ ਇਸ ਸਬਜੈਕਟ ਨੂੰ ਪੜ੍ਹ ਰਹੇ ਹਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਬਾਇਓਲੋਜੀ ਦੇ ਵਿੱਚ ਹੁੰਦਾ ਕੀ ਕੁਛ ਹੈ, ਇਸ ਸਬਜੈਕਟ ਦੇ ਵਿੱਚ ਪੜ੍ਹਨਾ ਕੀ ਕੁਝ ਹੈਗਾ, ਉਹ ਸਾਰੀਆਂ ਗੱਲਾਂ ਅੱਜ ਅਸੀਂ ਇਸ ਸਬਜੈਕਟ ਦੇ ਵਿੱਚ, ਇਸ ਟੌਪਿਕ ਦੇ ਵਿੱਚ ਕਰਾਂਗੇ। ਸੋ ਬੇਟਾ, ਵਾਟ ਇਜ਼ ਦਾ ਇੰਪੋਰਟੈਂਸ ਆਫ ਬਾਇਓਲੋਜੀ, ਸਾਡੇ ਲਈ ਕਿਵੇਂ ਇੰਪੋਰਟੈਂਟ ਹੈਗਾ। ਸਭ ਤੋਂ ਪਹਿਲੀ ਗੱਲ, ਅਸੀਂ ਅਲੱਗ-ਅਲੱਗ ਪੁਆਇੰਟਸ ਬਣਾ ਕੇ ਜਿਹੜੀ ਹੈਗੀ ਇਸ ਦੀ ਇੰਪੋਰਟੈਂਸ ਡਿਸਕਸ ਕਰਾਂਗੇ। ਸਭ ਤੋਂ ਪਹਿਲੀ ਇੰਪੋਰਟੈਂਸ ਜਿਹੜੀ ਮੈਂ ਬਾਇਓਲੋਜੀ ਦੀ ਮੰਨ ਰਿਹਾ, ਉਹ ਇਹ ਹੈ ਕਿ ਬਾਇਓਲੋਜੀ ਐਕਸਪਲੇਨ ਦਾ ਚੇਂਜਸ ਆਫ ਹਿਊਮਨ ਬੋਡੀ। ਇੱਕ ਇਹੋ ਜਿਹਾ ਸਬਜੈਕਟ ਹੈਗਾ ਜਿਹੜਾ ਸਾਡੀ ਬਾਡੀ ਦੇ ਵਿੱਚ ਜਿੰਨੀਆਂ ਵੀ ਚੇਂਜਸ ਆ ਰਹੀਆਂ ਨੇ, ਉਹ ਚੇਂਜਸ ਜਿਹੜੀਆਂ ਹੈਗੀਆਂ ਨੇ ਸਾਡੇ ਚਾਈਲਡਹੁੱਡ ਤੋਂ ਲੈ ਕੇ ਅਡਲਟਹੁੱਡ ਜਾਂ ਓਲਡ ਏਜ ਤੱਕ ਜਾਂਦੇ ਜਾਂਦੇ ਬਾਡੀ ਦੇ ਵਿੱਚ ਜਿੰਨੀਆਂ ਵੀ ਚੇਂਜਸ ਆਉਂਦੀਆਂ ਨੇ,
ਸਾਡੀਆਂ ਬਿਹੇਵੀਅਰਲ ਚੇਂਜਸ ਵੀ ਹੋ ਸਕਦੀਆਂ ਨੇ, ਸਾਡੀ ਬਾਡੀ ਦੀ ਗਰੋਥ ਵੀ ਹੋ ਸਕਦੀ ਹੈ। ਉਹਨਾਂ ਸਾਰੀਆਂ ਚੇਂਜਸ ਨੂੰ ਅਸੀਂ ਕਿਹਦੇ ਅੰਡਰ ਸਟੱਡੀ ਕਰਾਂਗੇ? ਬਾਇਓਲੋਜੀ। ਸੋ ਇਸ ਪੁਆਇੰਟ ਆਫ ਵਿਊ ਤੋਂ ਜੇ ਦੇਖਿਆ ਜਾਵੇ ਬੇਟਾ ਕਿ ਹਿਊਮਨ ਬਾਡੀ ਦੇ ਵਿੱਚ ਕੀ ਕੁਝ ਹੈ, ਅਸੀਂ 10ਵੀਂ ਤੱਕ ਵੀ ਪੜ੍ਹਿਆ ਕਿ ਸਾਡੇ ਵਿੱਚ ਅਲੱਗ-ਅਲੱਗ ਸਿਸਟਮ ਹੈਗੇ ਹੈ, ਪਰ ਉਹਨਾਂ ਸਿਸਟਮਸ ਨੂੰ ਖੋਲ੍ਹ ਕੇ ਪੂਰੀ ਡਿਟੇਲ ਤੱਕ ਚਲੇ ਜਾਣਾ ਕਿ ਕਿਹੜੇ-ਕਿਹੜੇ ਸਿਸਟਮ ਸਾਡੀ ਬਾਡੀ 'ਚ ਕਿਵੇਂ-ਕਿਵੇਂ ਕੰਮ ਕਰ ਰਹੇ ਹੈ, ਇੱਕ ਦੂਜੇ ਨਾਲ ਕਿਵੇਂ ਇਹ ਸਾਰੇ ਸਿਸਟਮ ਜੁੜੇ ਹੋਏ ਹੈ। ਜਿਵੇਂ ਆਪਾਂ ਗੱਲ ਕਰਦੇ ਹਾਂ ਕਿ ਸਾਡੇ ਕੋਲ ਡਾਈਜੈਸਟਿਵ ਸਿਸਟਮ ਹੈ, ਪਾਚਨ ਪ੍ਰਣਾਲੀ ਹੈ, ਰੈਸਪੀਰੇਟਰੀ ਸਿਸਟਮ ਹੈ, ਸਾਹ ਪ੍ਰਣਾਲੀ ਹੈ, ਸਰਕੂਲੇਟਰੀ ਸਿਸਟਮ ਹੈ, ਲਹੂ ਗੇੜ ਪ੍ਰਣਾਲੀ ਹੈ। ਸੋ ਸਾਰੇ ਸਿਸਟਮਸ ਤੁਸੀਂ 10ਵੀਂ ਤੱਕ ਪੜ੍ਹੇ ਹੋਏ ਹੈ, ਪਰ ਅਸੀਂ +1 ਦੇ ਵਿੱਚ ਜਾ ਕੇ ਉਹੀ ਸਾਰੇ ਸਿਸਟਮ ਬਾਡੀ ਦੇ ਦੁਆਰਾ ਪੜ੍ਹਨ ਵਾਲੇ ਹੈ। ਸੋ ਬਾਇਓਲੋਜੀ ਸਾਡੀ ਬਾਡੀ ਦੇ ਵਿੱਚ ਜਿੰਨੀਆਂ ਵੀ ਚੇਂਜਸ ਹੈਗੀ ਹੈ ਉਹਨਾਂ ਸਾਰੀਆਂ ਚੇਂਜਸ ਨੂੰ ਐਕਸਪਲੇਨ ਕਰਦੀ ਹੈ। ਸੋ ਜੇ ਹਿਊਮਨ ਬੀਇੰਗਸ ਦੀ ਗੱਲ ਕਰੀਏ ਬੇਟਾ, ਸਾਇੰਟੀਫਿਕਲੀ ਸਾਨੂੰ ਹੋਮੋ ਸੇਪੀਅਨਸ ਕਿਹਾ ਜਾਂਦਾ ਹੈ। ਸੋ ਸਾਡੇ ਬਹੁਤ ਸਾਰੇ ਕਰੈਕਟਰਸ ਜਿਹੜੇ ਹੈਗੇ ਨੇ ਉਹ ਏਪਸ ਦੇ ਨਾਲ ਮਿਲਦੇ ਜੁਲਦੇ ਨੇ। ਅਸੀਂ ਏਪਸ ਤੋਂ ਡਿਵੈਲਪ ਹੋਏ ਮੰਨੇ ਜਾਂਦੇ ਹਾਂ, ਸਾਡੀ ਬਾਡੀ ਸ਼ੇਪ ਉਹੋ ਜਿਹੀ ਹੈ, ਬਟ ਅਸੀਂ ਕੀ ਹੈ ਬੇਟਾ ਉਹਨਾਂ ਤੋਂ ਕੁਝ ਕੁ ਗੱਲਾਂ ਦੇ ਵਿੱਚ ਡਿਫਰੈਂਟ ਵੀ ਹੈ। ਜਿਵੇਂ ਸਾਡੀ ਜਿਹੜੀ ਸਪੀਚ ਹੈ, ਬੋਲਣ ਦਾ ਢੰਗ ਸਾਡਾ ਉਹਨਾਂ ਤੋਂ ਵੱਖਰਾ ਹੈਗਾ। ਸਾਡੀ ਰੀਜ਼ਨਿੰਗ ਕਰਨ ਦੀ ਕੈਪੈਸਿਟੀ ਬਹੁਤ ਜ਼ਿਆਦਾ ਹੈ, ਰੀਜ਼ਨਿੰਗ ਬਹੁਤ ਕਰਦੇ ਹਾਂ ਕਿ ਆਹ ਚੀਜ਼ ਕਿਉਂ ਹੁੰਦੀ ਹੈ, ਆਹ ਚੀਜ਼ ਕਿਉਂ ਹੁੰਦੀ ਹੈ ਅਤੇ ਕਿਵੇਂ ਹੁੰਦੀ ਹੈ। ਸਾਡਾ ਪੋਸਚਰ, ਇਰੈਕਸ਼ਨ ਸਾਡੀ ਉਹਨਾਂ ਨਾਲੋਂ ਡਿਫਰੈਂਟ ਹੈਗੀ ਹੈ। ਸੋ ਬੇਟਾ ਇਹ ਸਾਰੀਆਂ ਚੀਜ਼ਾਂ ਸਾਡੀਆਂ ਉਹਨਾਂ ਨਾਲੋਂ ਡਿਫਰੈਂਟ ਹੈਗੀਆਂ ਨੇ, ਬਟ ਫਿਰ ਵੀ ਸਾਡੀ ਬਾਡੀ ਦੇ ਵਿੱਚ ਇਹ ਸਾਰੀਆਂ ਚੇਂਜਸ ਕਿਵੇਂ ਆਈਆਂ, ਕਿਵੇਂ ਅਸੀਂ ਡਿਵੈਲਪ ਹੋਏ ਹਾਂ, ਇਹਨਾਂ ਸਾਰੀਆਂ ਚੇਂਜਸ ਨੂੰ ਅਸੀਂ ਆਪਣੇ ਇਸ ਸਬਜੈਕਟ ਦੇ ਵਿੱਚ ਪੜ੍ਹਾਂਗੇ, ਜਿਹੜੇ ਸਬਜੈਕਟ ਦਾ ਨਾਮ ਹੈ ਬਾਇਓਲੋਜੀ। ਦੂਸਰਾ ਬੇਟਾ ਇੰਪੋਰਟੈਂਸ ਆਫ ਬਾਇਓਲੋਜੀ ਕੀ ਹੈ ਕਿ ਬਾਇਓਲੋਜੀ ਬਹੁਤ ਸਾਰੇ ਕੈਰੀਅਰਸ ਨੂੰ ਸ਼ੇਪ ਦਿੰਦਾ ਹੈ, ਬਹੁਤ ਸਾਰੇ ਕੈਰੀਅਰਸ ਆਪਸ਼ਨ ਸਾਡੇ ਲਈ ਪ੍ਰੋਵਾਈਡ ਕਰਦਾ ਹੈ। ਜਿਸ ਤਰ੍ਹਾਂ ਸਕਰੀਨ ਦੇ ਉੱਤੇ ਤੁਹਾਨੂੰ ਦਿਖਾਇਆ ਹੋਇਆ ਹੈ ਤਾਂ ਪ੍ਰੋਫੈਸ਼ਨ ਜਿਹੜਾ ਹੈਗਾ ਬੜਾ ਕਲੀਅਰ ਤੁਹਾਨੂੰ ਦਿਖਾਈ ਦੇ ਰਿਹਾ ਹੈ ਕਿ ਇਹ ਡਾਕਟਰੇਟ ਪ੍ਰੋਫੈਸ਼ਨ ਹੈ। ਬਹੁਤ ਸਾਰੇ ਬੱਚੇ ਜਦੋਂ ਬਾਇਓਲੋਜੀ ਸਬਜੈਕਟ ਲੈਂਦੇ ਹੈ ਤਾਂ ਉਹ ਵੀ ਇਹੀ ਗੱਲ ਮੰਨ ਕੇ ਆਉਂਦੇ ਕਿ ਅਸੀਂ ਡਾਕਟਰ ਬਣਨਾ ਹੈ, ਬਟ ਕੀ ਇਹ ਸੱਚਾਈ ਹੈ? ਜੋ ਸਕਰੀਨ ਦੇ ਉੱਤੇ ਦਿਖ ਰਿਹਾ ਹੈ ਬੇਟਾ ਇਹ ਸੱਚਾਈ ਹੈ, ਬਟ ਇਹ ਪੂਰੀ ਸੱਚਾਈ ਨਹੀਂ ਹੈਗੀ। ਪੂਰੀ ਸੱਚਾਈ ਕੀ ਹੈ ਬੇਟਾ? ਪੂਰੀ ਸੱਚਾਈ ਇੱਥੇ ਪਈ ਹੈ ਕਿ ਅਸੀਂ ਬਾਇਓਲੋਜੀ ਦੇ ਵਿੱਚ ਜਿਹੜਾ ਹੈਗਾ ਬਾਇਓਲੋਜੀ ਸਬਜੈਕਟ ਪੜ੍ਹ ਕੇ ਜ਼ਰੂਰੀ ਨਹੀਂ ਕਿ ਇਕੱਲੇ ਡਾਕਟਰੇਟ ਪ੍ਰੋਫੈਸ਼ਨ ਦੇ ਵਿੱਚ ਹੀ ਜਾਵਾਂਗੇ। ਇਸ ਤੋਂ ਇਲਾਵਾ ਹੋਰ ਬਹੁਤ ਸਾਰੇ ਪ੍ਰੋਫੈਸ਼ਨ ਨੇ। ਕੈਮਿਸਟ ਹੋ ਸਕਦਾ ਹੈ, ਜੋ ਦਵਾਈਆਂ ਵਾਲੇ ਹੈਗੇ ਨੇ, ਅਸੀਂ 10+2 ਕਰਨ ਤੋਂ ਬਾਅਦ ਦੇ ਵਿੱਚ ਡੀ ਫਾਰਮੇਸੀ, ਬੀ ਫਾਰਮੇਸੀ ਕਰਕੇ ਉਸ ਪ੍ਰੋਫੈਸ਼ਨ ਦੇ ਵਿੱਚ ਜਾ ਸਕਦੇ ਹਾਂ। ਇੰਜੀਨੀਅਰਿੰਗ ਵੀ ਬਾਇਓਲੋਜੀ ਦੇ ਸਟੂਡੈਂਟਸ ਕਰਦੇ ਹੈ, ਬਾਇਓਟੈਕਨੋਲੋਜੀ ਦੇ ਵਿੱਚ ਬੀਟੈਕ ਕਰਦੇ ਹੈ। ਐਨਵਾਇਰਮੈਂਟਲਿਸਟ ਹੋ ਸਕਦੇ ਹੈ, ਐਨਵਾਇਰਮੈਂਟ ਬਾਰੇ ਸਟੱਡੀ ਕਰਨਾ, ਇਹਦੇ 'ਤੇ ਰਿਸਰਚ ਕਰਨਾ। ਨਰਸਿੰਗ ਦਾ ਪ੍ਰੋਫੈਸ਼ਨ ਹੈ, ਸਾਈਕੋਲੋਜਿਸਟ ਹੈਗਾ, ਸਾਇੰਟਿਸਟ ਨੇ, ਟੀਚਰ ਨੇ। ਸੋ ਇਹ ਬਹੁਤ ਸਾਰੇ ਅਤੇ ਹੋਰ ਬਹੁਤ ਸਾਰੇ ਪ੍ਰੋਫੈਸ਼ਨਸ ਨੇ, ਜਿਹੜੇ ਪ੍ਰੋਫੈਸ਼ਨਸ ਕੋਈ ਵੀ ਸਟੂਡੈਂਟ ਬਾਇਓਲੋਜੀ ਸਬਜੈਕਟ ਪੜ੍ਹ ਕੇ ਜਾਂ ਜੋ ਤੁਸੀਂ ਸਟਰੀਮ ਲਈ ਹੈ ਕਿ ਤੁਸੀਂ 10+2 ਮੈਡੀਕਲ ਸਟਰੀਮ ਪੜ੍ਹੋਗੇ ਤਾਂ ਇਸ ਤੋਂ ਬਾਅਦ ਤੁਸੀਂ ਜਿਹੜੇ ਪ੍ਰੋਫੈਸ਼ਨਸ ਦੇ ਵਿੱਚ ਜਾ ਸਕਦੇ ਹੋ। ਇਸ ਕਰਕੇ ਜਿਹੜੀ ਸੱਚਾਈ ਪਿੱਛੇ ਦਿਖਾਈ ਗਈ ਸੀ ਇਹ ਬਿਲਕੁਲ ਸੱਚਾਈ ਸੀ ਬੇਟਾ ਜੋ ਸਕਰੀਨ 'ਤੇ ਹੈ, ਬਟ ਇਹ 100% ਸੱਚਾਈ ਨਹੀਂ ਹੈ। ਇਸ ਤੋਂ ਇਲਾਵਾ ਵੀ ਬਹੁਤ ਸਾਰੇ ਪ੍ਰੋਫੈਸ਼ਨਸ ਹੈਗੇ ਨੇ, ਜਿਹੜੇ ਪ੍ਰੋਫੈਸ਼ਨਸ ਬਾਇਓਲੋਜੀ ਸਬਜੈਕਟ ਪੜ੍ਹ ਕੇ ਅਸੀਂ ਕਰ ਸਕਦੇ ਹੁੰਦੇ ਹਾਂ। ਇਸ ਕਰਕੇ ਇਸ ਪੁਆਇੰਟ ਆਫ ਵਿਊ ਤੋਂ ਵੀ ਬੇਟਾ ਜੇ ਦੇਖਿਆ ਜਾਵੇ ਇਹਦੇ ਵਿੱਚ ਦੇਖੋ ਕਿੰਨੇ ਪ੍ਰੋਫੈਸ਼ਨ ਲਿਖੇ ਹੋਏ ਨੇ। ਸੋ ਡੈਂਟਿਸਟ ਹੈ, ਬਿਜਨਸ ਓਨਰ ਹੈ, ਐਨਵਾਇਰਮੈਂਟਲ ਸਾਇੰਟਿਸਟ ਹੈ, ਨੈਚੁਰਲਿਸਟ ਹੈ, ਟੀਚਰ ਹੈ, ਲੈਬੋਰਟਰੀ ਟੈਕਨੀਸ਼ੀਅਨ ਹੈ, ਆਪਟੋਮੈਟਰਿਸਟ ਹੈ, ਸੋ ਫਿਜ਼ੀਸ਼ੀਅਨ ਹੈ। ਇਹ ਜਿੰਨੇ ਵੀ ਪ੍ਰੋਫੈਸ਼ਨ ਸਾਡੇ ਕੋਲ ਲਿਖੇ ਹੈ ਇਹ ਸਾਰੇ ਪ੍ਰੋਫੈਸ਼ਨਸ ਦੇ ਵਿੱਚ ਅਸੀਂ ਜਾ ਸਕਦੇ ਹਾਂ ਬਾਇਓਲੋਜੀ ਸਬਜੈਕਟ ਨੂੰ ਪੜ੍ਹਨ ਤੋਂ ਬਾਅਦ ਦੇ ਵਿੱਚ। ਸੋ ਇਹ ਇੱਕ ਇੰਪੋਰਟੈਂਟ ਸਬਜੈਕਟ ਇਸ ਕਰਕੇ ਹੈਗਾ। ਤੀਸਰੀ ਇੰਪੋਰਟੈਂਸ ਬੇਟਾ ਜੇ ਅਸੀਂ ਬਾਇਓਲੋਜੀ ਦੀ ਗੱਲ ਕਰੀਏ ਕਿ ਇਟ ਪ੍ਰੋਵਾਈਡਸ ਆਨਸਰ ਟੂ ਲਾਰਜ ਸਕੇਲ ਪ੍ਰੋਬਲਮਸ। ਬਹੁਤ ਵੱਡੇ ਪੱਧਰ 'ਤੇ ਜਿਹੜੀਆਂ ਪ੍ਰੋਬਲਮਸ ਆ ਜਾਂਦੀਆਂ ਲਾਰਜ ਸਕੇਲ 'ਤੇ, ਜਿਵੇਂ ਅੱਜ ਸਾਡੀ ਧਰਤੀ ਖਤਰੇ 'ਤੇ ਹੈ, ਖਤਰੇ ਦੇ ਵਿੱਚ ਹੈਗੀ ਹੈ। ਸਕਰੀਨ ਦੇ ਉੱਤੇ ਬੇਟਾ ਦਿਖਾਇਆ ਹੋਇਆ ਹੈ ਕਿ ਇੱਕ ਸਾਈਡ ਦੀ ਜਿਹੜੀ ਹੈਗੀ ਆ ਉਹ ਧਰਤੀ ਧੁੱਖ ਰਹੀ ਹੈ ਅਤੇ ਦੂਸਰੀ ਸਾਈਡ 'ਤੇ ਜਿਹੜੀ ਹੈਗੀ ਹਰੀ ਭਰੀ ਧਰਤੀ ਹੈਗੀ ਹੈ। ਬਟ ਜੇ ਤੁਸੀਂ ਹਰੀ ਭਰੀ ਧਰਤੀ ਦੇ ਕੰਸੈਪਟ ਨੂੰ ਇਹਦੇ ਨਾਲ ਕੰਪੈਰੀਜ਼ਨ ਕਰੋ ਤਾਂ ਹਰ ਇੱਕ ਬੱਚਾ ਇਹ ਗੱਲ ਜ਼ਰੂਰ ਕਹਿ ਦੂਗਾ ਕਿ ਆਹ ਸਾਡੇ ਕੋਲੇ ਵਧੀਆ ਜੀ, ਆਹ ਵਧੀਆ ਨਹੀਂ ਹੈਗਾ, ਇਹ ਨਹੀਂ ਹੋਣਾ ਚਾਹੀਦਾ। ਬਟ ਜੋ ਸਾਡੇ ਲਈ ਵਧੀਆ ਹੈ, ਜੋ ਅਸੀਂ ਟਿਕ ਕੀਤਾ ਕਿ ਯੈਸ ਇਹ ਹੋਣਾ ਚਾਹੀਦਾ ਹੈ, ਪਿਕਚਰ ਦੇ ਵਿੱਚ ਦੇਖੋ ਕਿ ਉਹ ਵਧੀਆ ਹੈ ਕਿਵੇਂ। ਉਹ ਹੈ ਇਹਨਾਂ ਐਨੀਮਲਸ ਕਰਕੇ, ਇਹਨਾਂ ਬਰਡਸ ਕਰਕੇ, ਇਹਨਾਂ ਟਰੀਜ਼ ਕਰਕੇ, ਇਹਨਾਂ ਪਲਾਂਟਸ ਕਰਕੇ। ਸੋ ਸਾਡੀ ਨੇਚਰ ਜਿਹੜੀ ਹੈਗੀ ਹੈ ਬੇਟਾ ਉਹ ਨੇਚਰ ਸਾਡੀ ਅੱਛੀ, ਸਾਡੀ ਨੇਚਰ ਵਧੀਆ ਕਾਹਦੇ ਕਰਕੇ ਹੈ? ਇਹਨਾਂ ਚੀਜ਼ਾਂ ਕਰਕੇ ਹੀ ਹੈ, ਪਲਾਂਟਸ, ਐਨੀਮਲਸ। ਅਤੇ ਪਲਾਂਟਸ ਅਤੇ ਐਨੀਮਲਸ ਦੀ ਸਟੱਡੀ ਨੂੰ ਹੀ ਅਸੀਂ ਕੀ ਕਹਿ ਦਿੰਦੇ ਹਾਂ?
ਬਾਇਓਲੋਜੀ ਕਹਿੰਦੇ ਆ। ਇਹਦਾ ਮਤਲਬ ਸਾਡੇ এনवायरमेंट ਦੀ ਜਿਹੜੀ ਇੱਕ ਬਹੁਤ ਵੱਡੀ ਪ੍ਰੋਬਲਮ ਹੈਗੀ ਹੈ, ਉਸ ਵੱਡੀ ਪ੍ਰੋਬਲਮ ਨੂੰ ਅਸੀਂ ਸੋਲਵ ਕਿਵੇਂ ਕਰਨਾ, ਉਸ ਦਾ ਆਨਸਰ ਵੀ ਸਾਨੂੰ ਕੌਣ ਦੇਗਾ ਬੇਟਾ, ਬਾਇਓਲੋਜੀ ਉਸ ਦਾ ਆਨਸਰ ਦੇਗੀ। ਇਸ ਤੋਂ ਇਲਾਵਾ ਹੋਰ ਵੀ ਬਹੁਤ ਸਾਰੀਆਂ ਲਾਰਜ ਸਕੇਲ ਪ੍ਰੋਬਲਮਸ ਆ ਜਾਂਦੀਆਂ ਨੇ, ਜਿਵੇਂ ਵਰਲਡ ਵਾਈਡ ਹੁਣ ਲਾਰਜ ਸਕੇਲ ਪ੍ਰੋਬਲਮ ਚੱਲ ਰਹੀ ਹੈ। ਕੀ ਹੈ ਬੇਟਾ ਲਾਰਜ ਸਕੇਲ ਪ੍ਰੋਬਲਮ, ਕਿ ਅਸੀਂ ਇੱਕ ਜਿਹੜਾ ਹੈਗਾ ਇਹੋ ਜਿਹੇ ਵਾਇਰਸ ਦੇ ਨਾਲ ਫੇਸ ਕਰ ਰਹੇ ਹਾਂ, ਜਿਹੜੇ ਵਾਇਰਸ ਕਰਕੇ ਪੂਰੀ ਦੁਨੀਆ ਰੁਕੀ ਹੋਈ ਹੈ, ਜਿਸ ਦਾ ਸਾਨੂੰ ਕੋਈ ਇਲਾਜ ਨਜ਼ਰ ਨਹੀਂ ਆ ਰਿਹਾ। ਬਟ ਜੇ ਅਸੀਂ ਉਸ ਦਾ ਇਲਾਜ ਲੱਭਣਾ ਹੈ ਤਾਂ ਸਾਡੇ ਸਾਇੰਟਿਸਟ ਕਿੱਥੇ ਜਾਣਗੇ, ਉਸ ਵਾਇਰਸ ਦੀ ਬਾਇਓਲੋਜੀ ਨੂੰ ਸਟੱਡੀ ਕਰਨਗੇ, ਉਸ ਦੀ ਲਾਈਫ ਨੂੰ ਸਟੱਡੀ ਕਰਨਗੇ, ਉਸ ਦਾ ਜਿਹੜਾ ਜੈਨੇਟਿਕ ਮੇਕਅਪ ਹੈ, ਉਸ ਦਾ ਜਿਹੜਾ ਮੋਲੀਕੂਲਰ ਬਾਇਓਲੋਜੀ, ਉਸ ਦੀ ਸਟੱਡੀ ਕੀਤੀ ਜਾਊਗੀ। ਫਿਰ ਹੀ ਜਾ ਕੇ ਜਿਹੜਾ ਹੈਗਾ ਅਸੀਂ ਉਸ ਪ੍ਰੋਬਲਮ ਤੋਂ ਛੁਟਕਾਰਾ ਪਾ ਸਕਦੇ ਹਾਂ। ਇਹਦਾ ਮਤਲਬ ਜੋ ਲਾਰਜ ਸਕੇਲ ਪ੍ਰੋਬਲਮਸ ਹੈਗੀਆਂ ਨੇ, ਉਹਨਾਂ ਪ੍ਰੋਬਲਮਸ ਦਾ ਸੋਲੂਸ਼ਨ ਸਾਨੂੰ ਕੌਣ ਦਿੰਦਾ ਹੈ, ਬਾਇਓਲੋਜੀ ਦਿੰਦੀ ਹੈ। ਸੋ এনवायरमेंटल ਇਸ਼ੂਜ਼ ਨੇ। ਇਸ ਤੋਂ ਇਲਾਵਾ ਹੋਰ ਇਸ਼ੂਜ਼ ਹੋ ਸਕਦੇ ਨੇ, ਜਿਵੇਂ ਇੱਥੇ ਫੂਡ ਸ਼ਾਰਟੇਜ ਦਾ ਇਸ਼ੂ ਦਿੱਤਾ ਹੋਇਆ ਹੈ। ਮੰਨ ਲਓ ਕਿਸੇ ਕੰਟਰੀ ਦੇ ਕਿਸੇ ਇਲਾਕੇ ਦੇ ਵਿੱਚ ਜਿਹੜੀ ਹੈਗੀ ਫੂਡ ਸ਼ਾਰਟੇਜ ਹੋ ਗਈ, ਉੱਥੇ ਜਿਹੜਾ ਹੈਗਾ ਸਾਨੂੰ ਪ੍ਰੋਪਰ ਫੂਡ ਨਹੀਂ ਮਿਲ ਰਿਹਾ, ਉੱਥੇ ਫਸਲ ਜਿਹੜੀ ਹੈਗੀ ਉਹ ਖਰਾਬ ਹੋ ਰਹੀ ਹੈ, ਤਾਂ ਉਹਨਾਂ ਸਾਰੀਆਂ ਚੀਜ਼ਾਂ ਦਾ ਰੀਜ਼ਨ ਕੀ ਹੈ, ਉੱਥੇ ਕੋਈ ਨਾ ਕੋਈ এনवायरमेंटल ਫੈਕਟਰ ਰਿਹਾ ਹੋਏਗਾ। ਅਤੇ ਉਹਨਾਂ এনवायरमेंटल ਫੈਕਟਰਸ ਦਾ ਸੋਲਿਊਸ਼ਨ ਸਾਨੂੰ ਕੌਣ ਪ੍ਰੋਵਾਈਡ ਕਰੇਗਾ, ਬਾਇਓਲੋਜੀ ਪ੍ਰੋਵਾਈਡ ਕਰੂਗੀ। ਸੋ ਇਸੇ ਤਰੀਕੇ ਨਾਲ ਐਗਰੀਕਲਚਰ ਦੇ ਵਿੱਚ ਬਹੁਤ ਸਾਰੀਆਂ ਪ੍ਰੋਬਲਮਸ ਹੁੰਦੀਆਂ, ਜਿਵੇਂ ਪੈਸਟੀਸਾਈਡਸ ਦੀ ਪ੍ਰੋਬਲਮ ਹੈਗੀ ਹੈ ਕਿ ਸਾਡੀਆਂ ਜਿਹੜੀਆਂ ਹੈਗੀਆਂ ਅਸੀਂ ਕੀਟਨਾਸ਼ਕ ਦਵਾਈਆਂ ਸਾਨੂੰ ਬਹੁਤ ਪਾਉਣੀਆਂ ਪੈਂਦੀਆਂ ਨੇ, ਬਟ ਇਹਦਾ ਵੀ ਸੋਲਿਊਸ਼ਨ ਸਾਨੂੰ ਬਾਇਓਲੋਜੀ ਨੇ ਦਿੱਤਾ ਹੈ। ਅਸੀਂ BT ਕਾਟਨ ਬਣਾਈ ਹੈ, ਜਿਹਦੇ ਉੱਤੇ ਸਾਨੂੰ ਦਵਾਈ ਪਾਉਣ ਦੀ ਜ਼ਰੂਰਤ ਨਹੀਂ ਰਹਿੰਦੀ। ਇਹ BT ਕਾਟਨ ਆਪਣੇ ਆਪ ਹੀ ਸੁੰਡੀ ਨੂੰ ਮਾਰ ਦਿੰਦੀ ਹੈ। ਕਾਟਨ ਹੀ ਇਹੋ ਜਿਹੀ, ਬੀਜ ਹੀ ਇਹੋ ਜਿਹਾ ਤਿਆਰ ਕਰ ਲਿਆ। ਕਿਵੇਂ ਤਿਆਰ ਕੀਤਾ ਹੈ, ਬਾਇਓਲੋਜੀ ਦੀ ਹੈਲਪ ਨਾਲ ਤਿਆਰ ਕੀਤਾ ਹੈ। ਸੋ ਇਹੋ ਜਿਹੀਆਂ ਬਹੁਤ ਸਾਰੀਆਂ ਲਾਰਜ ਸਕੇਲ ਜਿਹੜੀਆਂ ਪ੍ਰੋਬਲਮਸ ਨੇ, ਉਹਨਾਂ ਸਾਰੀਆਂ ਪ੍ਰੋਬਲਮਸ ਦੇ ਆਨਸਰ ਸਾਨੂੰ ਸਾਡਾ ਇਹ ਸਬਜੈਕਟ ਦੇਣ ਵਾਲਾ ਹੈ, ਜਿਹੜਾ ਸਬਜੈਕਟ ਹੈਗਾ ਬੇਟਾ ਬਾਇਓਲੋਜੀ ਸਬਜੈਕਟ। ਸੋ ਇਸ ਤੋਂ ਬਾਅਦ ਦੇ ਵਿੱਚ ਹੋਰ ਬੇਟਾ ਕੀ ਹੈ ਸਾਡੇ ਕੋਲੇ, ਬਾਇਓਲੋਜੀ ਸਬਜੈਕਟ ਹੋਰ ਸਾਡੀ ਹੈਲਪ ਕਿਵੇਂ ਕਰਦਾ ਹੈ। ਇਟ ਟੀਚ ਦਾ ਕਨਸੈਪਟਸ ਔਨ ਦਾ ਬੇਸਿਕ ਲਿਵਿੰਗ। ਬੇਸਿਕ ਲਿਵਿੰਗ ਕੀ ਹੈ, ਆਮ ਸਾਨੂੰ ਜਿਉਂਦੇ ਰਹਿਣ ਦੇ ਲਈ ਕੀ ਚੀਜ਼ ਚਾਹੀਦੀ ਹੈ, ਸਾਨੂੰ ਜਿਉਂਦੇ ਰਹਿਣ ਦੇ ਲਈ ਭੋਜਨ ਚਾਹੀਦਾ ਹੈ, ਸਾਨੂੰ ਜਿਉਂਦੇ ਰਹਿਣ ਦੇ ਲਈ ਬਿਲਡਿੰਗ ਚਾਹੀਦੀ ਹੈ, ਸ਼ੈਲਟਰ ਚਾਹੀਦਾ ਹੈ। ਇਹ ਸਾਡੀ ਬਿਲਡਿੰਗ, ਸ਼ੈਲਟਰ ਜਾਂ ਸਾਡਾ ਫੂਡ ਸਾਨੂੰ ਕਿੱਥੋਂ ਮਿਲ ਰਿਹਾ ਬੇਟਾ, ਇਸ ਦਾ ਸਾਡਾ ਜਿਹੜਾ ਹੈਗਾ ਆਨਸਰ ਕੌਣ ਦੇ ਰਿਹਾ ਹੈ, ਇਸ ਦਾ ਆਨਸਰ ਵੀ ਸਾਡਾ ਸਬਜੈਕਟ ਜਿਹੜਾ ਹੈਗਾ ਕੌਣ ਦੇ ਰਿਹਾ ਹੈ, ਸਾਡਾ ਬਾਇਓਲੋਜੀ ਸਬਜੈਕਟ ਜਿਹੜਾ ਹੈਗਾ ਇਸ ਦਾ ਆਨਸਰ ਪ੍ਰੋਵਾਈਡ ਕਰ ਰਿਹਾ ਹੈ। ਅਸੀਂ ਫੂਡ ਕਿਵੇਂ ਉਗਾਉਣਾ ਹੈ, ਕਿੱਥੋਂ ਸਿੱਖਦੇ ਹਾਂ, ਅਸੀਂ ਨੇਚਰ ਦੇ ਵਿੱਚੋਂ ਸਿੱਖਿਆ। ਸਾਨੂੰ ਬਾਇਓਲੋਜੀ ਸਬਜੈਕਟ ਨੇ ਸਿਖਾਇਆ ਹੈ ਕਿ ਭੋਜਨ ਕਿਵੇਂ ਉਗਾਉਣਾ, ਪਲਾਂਟੇਸ਼ਨ ਕਿਵੇਂ ਕਰਨੀ ਹੈ, ਅਸੀਂ ਆਪਣਾ ਸ਼ੈਲਟਰ ਕਿਵੇਂ ਬਣਾਉਣਾ ਹੈ। ਅਸੀਂ ਕਿੱਥੋਂ ਸਿੱਖਿਆ ਇਹ, ਅਸੀਂ ਸਾਡੇ ਬਰਡਸ ਤੋਂ, ਸਾਡੇ ਐਨੀਮਲਸ ਤੋਂ ਸਿੱਖਿਆ। ਸੋ ਸਾਡੀਆਂ ਜਿਹੜੀਆਂ ਬੇਸਿਕ ਲਿਵਿੰਗ ਹੈਗੀ ਹੈ, ਬੇਸਿਕ ਲਿਵਿੰਗ ਟੈਕਨੀਕ ਵੀ ਸਾਨੂੰ ਸਾਡਾ ਇੰਪੋਰਟੈਂਟ ਸਬਜੈਕਟ ਜਿਹੜਾ ਹੈਗਾ ਬੇਟਾ ਉਹ ਬਾਇਓਲੋਜੀ ਸਮਝਾ ਰਿਹਾ ਹੈ। ਸੋ ਇੱਥੇ ਵੀ ਇਹ ਸਬਜੈਕਟ ਸਾਡੇ ਲਈ ਹੈਲਪਫੁਲ ਹੈ। ਦੈਨ ਇੱਕ ਹੋਰ ਬਹੁਤ ਵੱਡੀ ਇੰਪੋਰਟੈਂਸ ਹੈਗੀ ਹੈ ਕਿ ਇਟ ਹੈਲਪਸ ਇਨ ਆਨਸਰਿੰਗ ਦਾ ਫੰਡਾਮੈਂਟਲ ਕੁਐਸਚਨਸ ਅਬਾਊਟ ਲਾਈਫ ਦੇ ਕੁਝ ਫੰਡਾਮੈਂਟਲ ਕੁਐਸਚਨਸ ਨੇ। ਅਰਥ ਦੇ ਉੱਤੇ ਜਿਹੜੀ ਹੈਗੀ ਹੈ ਉਹ ਲਾਈਫ ਕਿੱਥੋਂ ਆਈ, ਜਿਵੇਂ ਇੱਥੇ ਦਿਖਾਇਆ ਵੀ ਹੋਇਆ ਕਿ ਐਗਸ ਜਿਹੜੇ ਹੈਗੇ ਨੇ ਉਹਦੇ ਵਿੱਚੋਂ ਅਸੀਂ ਲਾਈਫ ਦਿਖਾਈ ਹੈ, ਤਾਂ ਲਾਈਫ ਦਾ ਓਰੀਜਨ ਕਿਵੇਂ ਹੋਇਆ, ਕਿਵੇਂ ਅਸੀਂ ਜਿਹੜਾ ਹੈਗਾ ਅੱਜ ਦੇ ਟਾਈਮ ਤੱਕ ਪਹੁੰਚੇ ਹਾਂ, ਉਹ ਲਾਈਫ ਦੀ ਬਿਗਿਨਿੰਗ ਕਿੱਥੋਂ ਹੋਈ ਹੈ, ਉਹ ਸਭ ਕੁਝ ਜਿਹੜਾ ਹੈਗਾ ਬੇਟਾ ਉਹਨਾਂ ਸਾਰੇ ਕੁਐਸਚਨਸ ਦੇ ਆਨਸਰ ਸਾਨੂੰ ਕੌਣ ਦੇਗਾ ਬੇਟਾ, ਬਾਇਓਲੋਜੀ ਸਬਜੈਕਟ ਦੇਗਾ। ਅੱਜ ਦੀ ਐਵੋਲੂਸ਼ਨ ਕਿਵੇਂ ਹੋਈ, ਚਾਰਲਸ ਡਾਰਵਿਨ ਦੇ ਅਕੋਰਡਿੰਗਲੀ ਹੋਈ, ਸਭ ਕੁਝ ਕੀ ਹੈ ਬੇਟਾ, ਇਸ ਦਾ ਆਨਸਰ ਵੀ ਅਸੀਂ ਆਪਣੇ ਇਸ ਸਬਜੈਕਟ ਤੋਂ ਹੀ ਲਵਾਂਗੇ, ਜਿਹੜਾ ਸਬਜੈਕਟ ਹੈ ਬਾਇਓਲੋਜੀ। ਸੋ ਬੇਟਾ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇਸ ਸਬਜੈਕਟ ਦੀ ਇੰਪੋਰਟੈਂਸ ਜਸਟ ਇਸ ਕਰਕੇ ਦੱਸ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪਤਾ ਹੋਵੇ ਕਿ ਸਬਜੈਕਟ ਹੈਗਾ ਕੀ ਹੈ, ਇਸ ਸਬਜੈਕਟ ਤੋਂ ਵਿੱਚ ਅਸੀਂ ਕੀ ਕੁਝ ਐਕਸਪੈਕਟ ਕਰ ਸਕਦੇ ਹਾਂ, ਕੀ ਕੁਝ ਸਿੱਖ ਸਕਦੇ ਹਾਂ, ਅਤੇ ਸਾਡੇ ਲਈ ਕਿੰਨਾ ਕੁ ਇੰਪੋਰਟੈਂਟ ਇਹ ਸਬਜੈਕਟ ਰਹਿਣ ਵਾਲਾ ਹੈਗਾ। ਇਸੇ ਕਰਕੇ ਹੀ ਮੈਂ ਤੁਹਾਨੂੰ ਸਭ ਤੋਂ ਪਹਿਲਾਂ ਸਟਾਰਟਿੰਗ ਹੀ ਇੱਥੋਂ ਕੀਤੀ ਹੈ ਕਿ ਬਾਇਓਲੋਜੀ ਸਬਜੈਕਟ ਸਾਡੇ ਲਈ ਇੰਪੋਰਟੈਂਟ ਕਿਵੇਂ ਹੈਗਾ। ਦੈਨ ਇੱਕ ਹੋਰ ਬਹੁਤ ਵਧੀਆ ਇੰਪੋਰਟੈਂਟ ਸਬਜੈਕਟ ਦੀ ਹੈਗੀ ਹੈ ਕਿ ਇਟ ਪੇਵਸ ਵੇ ਫॉर ਸਾਇੰਟੀਫਿਕ ਇਨਵੈਸਟੀਗੇਸ਼ਨਸ ਬੇਟਾ ਜਿੰਨੀਆਂ ਵੀ ਡਿਸਕਵਰੀਜ਼ ਹੋ ਰਹੀਆਂ ਨੇ, ਹਿਊਮਨਸ ਟੂ ਕੰਡਕਟ ਸਾਇੰਟੀਫਿਕ ਇਨਵੈਸਟੀਗੇਸ਼ਨਸ, ਇਹ ਸਾਰੀਆਂ ਕਿੱਥੋਂ ਨੇ ਬੇਟਾ, ਇਹ ਸਾਰੀਆਂ ਸਾਨੂੰ ਬਾਇਓਲੋਜੀ ਤੋਂ ਆ ਰਹੀਆਂ ਨੇ। ਬਾਇਓਲੋਜਿਸਟ ਹੀ ਹੈਗੇ ਨੇ ਜਿਹੜੇ ਸਾਡੇ ਸਾਹਮਣੇ ਬਹੁਤ ਸਾਰੇ ਇੰਟਰਸਟਿੰਗ ਫੈਕਟ ਲੈ ਕੇ ਆਉਂਦੇ ਨੇ। ਇਹ ਬਾਇਓਲੋਜਿਸਟ ਹੀ ਹੈਗੇ ਨੇ ਜਿਹੜੇ ਸਾਨੂੰ ਸਾਡੀਆਂ ਇਹ ਵੈਟਲੈਂਡਸ ਨੇ ਜਿਹਦੇ ਵਿੱਚ ਇਹ ਵਰਡ ਦਿਖਾਇਆ ਹੋਇਆ, ਇਹਨਾਂ ਵੈਟਲੈਂਡਸ ਦੀ ਇੰਪੋਰਟੈਂਸ ਦੱਸਦੇ ਹੈ। ਇਹ ਬਾਇਓਲੋਜਿਸਟ ਹੀ ਹੈਗੇ ਨੇ ਜਿਹੜੇ ਸਾਡੇ ਲਈ ਬਹੁਤ ਸਾਰੀਆਂ ਮੈਡੀਸਨਸ ਬਣਾਉਣ ਦਾ ਕੰਮ ਕਰਦੇ ਨੇ। ਇਹ ਬਾਇਓਲੋਜਿਸਟ ਹੀ ਹੈਗੇ ਨੇ ਜਿਨ੍ਹਾਂ ਨੇ BT ਕਾਟਨ ਵਰਗੀ ਜਿਹੜੀ ਹੈਗੀ ਹੈ ਵੈਰਾਈਟੀ ਤਿਆਰ ਕੀਤੀ ਹੈ। ਇਹ ਬਾਇਓਲੋਜਿਸਟ ਹੀ ਹੈਗੇ ਨੇ ਜਿਹੜੇ ਇਸ ਗੱਲ ਦੇ ਉੱਤੇ ਲੱਗੇ ਹੋਏ ਨੇ ਕਿ ਸਾਡੇ ਅੱਜ ਦੇ ਜਿਹੜੇ ਫਰੂਟਸ ਨੇ, ਸਾਡੀਆਂ ਅੱਜ ਦੀਆਂ ਜੋ ਵੈਜੀਟੇਬਲਸ ਨੇ, ਸਾਡਾ ਅੱਜ ਦੀਆਂ ਜੋ ਪਲਸਸ ਨੇ, ਸੀਰੀਅਲਸ ਨੇ, ਇਹਨਾਂ ਸਾਰਿਆਂ ਦੀ ਨਿਊਟ੍ਰੀਸ਼ਨਲ ਵੈਲਿਊ ਨੂੰ ਕਿਵੇਂ ਇਨਕਰੀਜ਼ ਕੀਤਾ ਜਾ ਸਕੇ। ਸੋ ਇਹਨਾਂ ਸਾਰੀਆਂ ਸਾਇੰਟੀਫਿਕ ਇਨਵੈਸਟੀਗੇਸ਼ਨਸ ਨੂੰ ਕਰਨ ਵਾਲੇ ਕੌਣ ਨੇ, ਬਾਇਓਲੋਜਿਸਟ ਹੀ ਨੇ।
ਜੇ ਬਰਡਸ ਸਾਡੇ ਕੋਲੇ ਆ ਰਹੇ ਨੇ, ਇਹ ਬਰਡਸ ਇੰਨੀ ਦੂਰੋਂ ਕਿਵੇਂ ਆ ਰਹੇ ਨੇ, ਮਾਈਗ੍ਰੇਸ਼ਨ ਕਿਵੇਂ ਕਰ ਰਹੇ ਨੇ, ਕਿਸ ਤਰ੍ਹਾਂ ਦਾ ਫੂਡ ਲੈਂਦੇ ਹੈ, ਇੱਕ ਇਕੋਸਿਸਟਮ ਦੇ ਵਿੱਚ ਕਿਵੇਂ ਐਨੀਮਲਸ ਇੱਕ ਦੂਸਰੇ ਨਾਲ ਫੂਡ ਚੇਨ ਦੇ ਥਰੂ ਬੱਝੇ ਹੋਏ ਹੈ, ਕਿਵੇਂ ਐਨੀਮਲਸ ਅਤੇ ਜਿਹੜੇ ਪਲਾਂਟਸ ਲਾਈਫ ਜਿਹੜੀ ਹੈਗੀ ਆ ਉਹ ਨੋਨ ਲਿਵਿੰਗ ਥਿੰਗਸ ਦੇ ਨਾਲ ਇੰਟਰੈਕਟ ਕਰ ਰਹੀ ਹੈ। ਇਹਨਾਂ ਸਾਰੀਆਂ ਪ੍ਰੋਬਲਮਸ, ਇਹਨਾਂ ਸਾਰੀਆਂ ਗੱਲਾਂ ਦਾ ਸੋਲਿਊਸ਼ਨ ਸਾਨੂੰ ਕੌਣ ਦੇ ਰਿਹਾ ਬੇਟਾ? ਬਾਇਓਲੋਜੀ ਹੀ ਦੇ ਰਹੀ ਹੈ। ਸੋ ਇਸ ਕਰਕੇ ਬਾਇਓਲੋਜੀ ਦੇ ਵਿੱਚ ਬਹੁਤ ਜ਼ਿਆਦਾ ਰਿਸਰਚ ਹੋ ਰਹੀ ਹੈ। ਰਿਸਰਚ ਪੁਆਇੰਟ ਆਫ ਵਿਊ ਤੋਂ ਬਹੁਤ ਜ਼ਿਆਦਾ ਇੰਪੋਰਟੈਂਟ ਸਬਜੈਕਟ ਹੈ। ਜ਼ਿਆਦਾਤਰ ਰਿਸਰਚ ਇਸ ਫੀਲਡ ਦੇ ਵਿੱਚ ਹੋ ਰਹੀ ਹੈ ਬੇਟਾ, ਲਾਈਫ ਦੇ ਫੀਲਡ ਦੇ ਵਿੱਚ ਹੋ ਰਹੀ ਹੈ। ਸੋ ਇਹ ਵੀ ਜਿਹੜੀ ਹੈਗੀ ਹੈ ਬਾਇਓਲੋਜੀ ਦੀ ਇੱਕ ਬਹੁਤ ਹੀ ਵੱਡੀ ਇੰਪੋਰਟੈਂਸ ਹੈ। ਸੋ ਬੇਟਾ ਜੇ ਦੇਖਿਆ ਜਾਵੇ ਹੁਣ ਤੱਕ ਮੈਂ ਤੁਹਾਨੂੰ ਬਾਇਓਲੋਜੀ ਦੀ ਬਹੁਤ ਸਾਰੀ ਜਿਹੜੀ ਹੈਗੀ ਇੰਪੋਰਟੈਂਸ ਦੱਸੀ ਹੈ, ਕਿਹੜੇ ਕਿਹੜੇ ਫੀਲਡ ਦੇ ਵਿੱਚ ਇਹ ਸਬਜੈਕਟ ਸਾਡੇ ਲਈ ਕੰਮ ਆਉਂਦਾ ਹੈ। ਸੋ ਜਦੋਂ ਬਾਇਓਲੋਜੀ ਸਾਡੇ ਲਈ ਇੰਨਾ ਜ਼ਿਆਦਾ ਇੰਪੋਰਟੈਂਟ ਸਬਜੈਕਟ ਹੈਗਾ ਦੈਨ ਇਸ ਸਬਜੈਕਟ ਨੂੰ ਪੜ੍ਹਿਆ ਕਿਉਂ ਨਾ ਜਾਵੇ, ਕਿਉਂ ਨਾ ਇਸ ਸਬਜੈਕਟ ਦੇ ਵਿੱਚ ਇੰਟਰਸਟ ਬਣਾਇਆ ਜਾਵੇ। ਕਿੰਨਾ ਅੱਛਾ ਹੋਊਗਾ ਜੇ ਡਾਕਟਰ ਕੋਲ ਜਾਣ ਤੋਂ ਪਹਿਲਾਂ ਸਾਨੂੰ ਘੱਟੋ ਘੱਟ ਆਪਣੀ ਪ੍ਰੋਬਲਮ ਦਾ ਕੁਝ ਪ੍ਰੀਲਿਮਿਨਰੀ ਆਈਡੀਆ ਹੋਊਗਾ। ਕਿੰਨਾ ਅੱਛਾ ਹੋਊਗਾ ਜੇ ਸਾਨੂੰ ਇਹ ਪਤਾ ਹੋਊਗਾ ਕਿ ਸਾਡੀ ਬਾਡੀ ਕੰਮ ਕਿਵੇਂ ਕਰਦੀ ਹੈ, ਸਾਡੀ ਬਾਡੀ ਦੀ ਫਿਜ਼ੀਓਲੋਜੀ ਕੀ ਹੈ, ਕਿਵੇਂ ਕਿਵੇਂ ਸਾਡੀ ਬਾਡੀ ਦੇ ਅਲੱਗ-ਅਲੱਗ ਸਿਸਟਮਸ ਕੰਮ ਕਰਦੇ ਹੈ, ਕੋਈ ਪ੍ਰੋਬਲਮ ਆ ਰਹੀ ਹੈ ਤਾਂ ਕਿਵੇਂ ਆ ਰਹੀ ਹੈ। ਕਿੰਨਾ ਅੱਛਾ ਹੋਊਗਾ ਜਿਹੜੇ এনवायरमेंट ਦੇ ਵਿੱਚ ਇਸ਼ੂਜ਼ ਆ ਰਹੇ, ਜਿਵੇਂ ਅੱਜ ਕੋਈ ਡਿਜ਼ੀਜ਼ ਆਈ ਇਹਦੇ ਬਾਰੇ ਸਾਨੂੰ ਪਤਾ ਹੋਵੇ ਕਿ ਯੈਸ ਇਸ ਤਰੀਕੇ ਨਾਲ ਵਾਇਰਸ ਜਿਹੜਾ ਹੈਗਾ ਉਹ ਕੰਮ ਕਰਦਾ ਹੁੰਦਾ ਹੈ। ਕਿੰਨਾ ਅੱਛਾ ਹੋਊਗਾ ਬੇਟਾ ਜੇ ਸਾਨੂੰ ਇਹਨਾਂ ਚੀਜ਼ਾਂ ਦੀ ਨੌਲੇਜ ਹੋਊਗੀ। ਸੋ ਇਸ ਸਾਇੰਟੀਫਿਕ ਇਨਵੈਸਟੀਗੇਸ਼ਨਸ ਜਿੰਨੀਆਂ ਵੀ ਹੋ ਰਹੀਆਂ ਨੇ ਇਹਨਾਂ ਸਾਰੀਆਂ ਦੀ ਨੌਲੇਜ ਹੋਊਗੀ। ਇਸ ਕਰਕੇ ਬੇਟਾ ਆਓ ਆਪਾਂ ਇਕੱਠੇ ਹੁੰਦੇ ਹਾਂ, ਆ ਜਾਓ ਆਪਾਂ ਬੇਟਾ ਅੱਜ ਸਾਰੇ ਇਕੱਠੇ ਹੋ ਕੇ ਆਪਣਾ ਬਾਇਓਲੋਜੀ ਸਬਜੈਕਟ ਇਕੱਠੇ ਰਲ ਕੇ ਪੜ੍ਹਦੇ ਹਾਂ। ਸੋ ਅਸੀਂ ਸਟਾਰਟ ਕਰ ਰਹੇ ਹਾਂ ਬੇਟਾ ਸਾਡਾ ਆਪਣਾ ਸਬਜੈਕਟ ਬਾਇਓਲੋਜੀ। ਪੂਰੇ ਵਧੀਆ ਤਰੀਕੇ ਨਾਲ ਜੁੜ ਕੇ ਅਸੀਂ ਹੁਣ ਤੋਂ ਬਾਇਓਲੋਜੀ ਦੀਆਂ ਬੇਟਾ ਕਲਾਸਿਸ ਲਵਾਂਗੇ। ਤੁਹਾਨੂੰ ਮੇਰੇ ਇਸ YouTube ਚੈਨਲ ਦੇ ਥਰੂ ਬਾਇਓਲੋਜੀ ਦੇ ਲੈਕਚਰਸ ਜਿਹੜੇ ਹੈਗੇ ਨੇ ਉਹ ਰੈਗੂਲਰਲੀ ਮਿਲਦੇ ਰਹਿਣਗੇ। ਤੁਸੀਂ ਉਹ ਸਾਰੇ ਲੈਕਚਰਸ ਜਿਹੜੇ ਸੁਣਨੇ ਹੈ, ਤੁਸੀਂ ਜਿਸ ਵੀ ਸਕੂਲ ਦੇ ਵਿੱਚ ਹੈਗੇ ਹੋ ਆਪਣੇ ਸਾਰੇ ਟੀਚਰ ਤੁਹਾਨੂੰ ਆਪਣੇ ਪੱਧਰ 'ਤੇ ਬਹੁਤ ਜ਼ਿਆਦਾ ਕੰਮ ਕਰਵਾ ਰਹੇ ਹੈ, ਉਹਨਾਂ ਦਾ ਕੰਮ ਕਰਨਾ ਹੈ, ਉਹਨਾਂ ਨੂੰ ਵੀ ਫੋਲੋ ਕਰਦੇ ਰਹਿਣਾ ਹੈ। ਅਤੇ ਨਾਲ ਨਾਲ ਜਿਹੜੇ ਇਹ ਲੈਕਚਰਸ ਆਉਣਗੇ ਬੇਟਾ ਸਮਾਂ ਕੱਢ ਕੇ ਜਿਹੜਾ ਹੈਗਾ ਇਹਨਾਂ ਲੈਕਚਰਸ ਨੂੰ ਵੀ ਸੁਣਨਾ ਹੈ। ਕੋਈ ਪ੍ਰੋਬਲਮ ਹੈ ਮੈਂ ਆਲਰੇਡੀ ਕਿਹਾ ਕਿ ਮੇਰਾ ਨੰਬਰ ਦਿੱਤਾ ਹੋਇਆ, ਕਿਸੇ ਵੀ ਟਾਈਮ 'ਤੇ ਤੁਸੀਂ ਡਿਸਕਸ ਕਰ ਰਹੇ ਹੋ। ਸੋ ਬੇਟਾ ਲੈਟਸ ਲਰਨ ਬਾਇਓਲੋਜੀ ਟੂਗੈਦਰ। ਸਟਾਰਟ ਕਰ ਰਹੇ ਹਾਂ ਬੇਟਾ ਆਪਣਾ ਸਬਜੈਕਟ ਬਾਇਓਲੋਜੀ। ਸੋ ਸਭ ਤੋਂ ਪਹਿਲੀ ਗੱਲ ਅਸੀਂ ਬੇਟਾ ਕਰਦੇ ਹਾਂ ਕਿ ਵਟ ਇਜ਼ ਬਾਇਓਲੋਜੀ। ਬਾਇਓਲੋਜੀ ਹੈ ਕੀ? ਬਾਇਓਲੋਜੀ ਇਜ਼ ਦਾ ਸਾਇੰਸ ਆਫ ਲਾਈਫ। ਇਹ ਬੇਟਾ ਲਾਈਫ ਦੀ ਸਟੱਡੀ ਹੈਗੀ ਹੈ, ਲਾਈਫ ਦੀ ਸਾਇੰਸ ਹੈਗੀ ਹੈ। ਜਿਵੇਂ ਫਿਜ਼ਿਕਸ ਜਿਹੜੀ ਕੈਮਿਸਟਰੀ ਹੈਗੀ ਉਹ ਸਬਜੈਕਟ ਹੈਗੇ ਨੇ, ਆਪਣੀ ਆਪਣੀ ਸਟੱਡੀ ਹੈ। ਬਿਲਕੁਲ ਉਸੇ ਤਰੀਕੇ ਨਾਲ ਹੀ ਸਾਡੀ ਲਾਈਫ ਦੀ ਸਟੱਡੀ ਜਿਹੜੀ ਹੈਗੀ ਹੈ ਬੇਟਾ, ਸਾਡੀ ਲਾਈਫ ਦੇ ਨਾਲ ਰਿਲੇਟਡ ਜਿਹੜੀ ਸਾਇੰਸ ਹੈਗੀ ਹੈ ਦੈਟ ਇਜ਼ ਕਾਲਡ ਬਾਇਓਲੋਜੀ। ਬਾਇਓਲੋਜੀ ਵਰਡ ਜਿਹੜਾ ਹੈਗਾ ਬੇਟਾ ਇਹ ਦੋ ਗ੍ਰੀਕ ਵਰਡਸ ਤੋਂ ਲਿਆ ਗਿਆ ਹੈ। ਇੱਕ ਵਰਡ ਹੈ ਬਾਇਓਸ, ਇੱਕ ਹੈ ਲੋਗੋਸ। ਇਹ ਤੋਂ ਲਿਆ ਗਿਆ ਵਰਡ ਬਾਇਓਸ ਅਤੇ ਲੌਜੀ ਜਿਹੜਾ ਹੈਗਾ ਵਰਡ ਕਿਤੋਂ ਲਿਆ ਗਿਆ? ਲੋਗੋਸ ਤੋਂ। ਸੋ ਬਾਇਓਸ ਮੀਨਸ ਲਾਈਫ, ਲੌਜਸ ਮੀਨਸ ਸਟੱਡੀ। ਇਟ ਮੀਨਸ ਦਿਸ ਇਜ਼ ਦਾ ਸਟੱਡੀ ਆਫ ਲਾਈਫ। ਤਾਂ ਬਾਇਓਲੋਜਿਸਟ ਸਟੱਡੀ ਕੀ ਕਰਦੇ ਨੇ? ਬਾਇਓਲੋਜੀ ਦੇ ਵਿੱਚ ਸਟੱਡੀ ਕੀ ਕੀਤਾ ਜਾਂਦਾ ਹੈ? ਬਾਇਓਲੋਜਿਸਟ ਸਟੱਡੀ ਦਾ ਸਟਰਕਚਰ, ਫੰਕਸ਼ਨ, ਗਰੋਥ, ਓਰੀਜਨ, ਐਵੋਲਿਊਸ਼ਨ ਐਂਡ ਡਿਸਟਰੀਬਿਊਸ਼ਨ ਆਫ ਲਿਵਿੰਗ ਆਰਗੈਨਿਜ਼ਮਸ। ਤਾਂ ਬੇਟਾ ਉੱਤੇ ਜੇ ਤਾਂ ਸਾਨੂੰ ਇਹ ਲੱਗਦਾ ਸੀ ਕਿ ਬੜੀ ਸਿੰਪਲ ਜੀ ਗੱਲ ਸਰ ਨੇ ਦੱਸਤੀ ਕਿ ਦਿਸ ਇਜ਼ ਸਟੱਡੀ ਆਫ ਲਾਈਫ, ਇੱਥੇ ਆ ਕੇ ਐਂ ਲੱਗਣ ਲੱਗ ਗਏ ਵੀ ਇਹ ਤਾਂ ਬਹੁਤ ਕੁਝ ਜਿਹਾ ਦੱਸਤਾ, ਬੜੇ ਸਾਰੇ ਸ਼ਬਦ ਜੇ ਦੱਸਤੇ। ਇਹਨਾਂ ਸਾਰੇ ਸ਼ਬਦਾਂ ਤੋਂ ਘਬਰਾਉਣ ਦੀ ਲੋੜ ਨਹੀਂ ਹੈਗੀ, ਇਹ ਸਾਡੇ ਲਈ ਬੜੇ ਨੋਨ ਸ਼ਬਦ ਹੋਣ ਵਾਲੇ ਨੇ। ਇਹਨਾਂ ਸਾਰੇ ਸ਼ਬਦਾਂ ਦੇ ਨਾਲ ਅਸੀਂ ਹੌਲੀ 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 ਜਾਣ ਪਛਾਣ ਕਰਕੇ ਇਹਨਾਂ ਨਾਲ ਇੰਨੀ ਪੱਕੀ ਦੋਸਤੀ ਲਾ ਲੈਣੀ ਹੈ ਕਿ ਇਹ ਸਾਨੂੰ ਕਦੇ ਵੀ ਨਹੀਂ ਭੁੱਲਣਗੇ। ਸੋ ਬਾਇਓਲੋਜਿਸਟ ਕੀ ਸਟੱਡੀ ਕਰਦੇ ਨੇ ਬੇਟਾ? ਲਿਵਿੰਗ ਆਰਗੈਨਿਜ਼ਮ ਦਾ ਮਤਲਬ ਕਿ ਜਿਉਂਦੀਆਂ ਜਾਗਦੀਆਂ ਵਸਤੂਆਂ ਦਾ ਸਟਰਕਚਰ ਕਿਹੋ ਜਿਹਾ ਹੈ। ਫੰਕਸ਼ਨ ਮਤਲਬ ਕਿ ਉਹ ਕੰਮ ਕਿਵੇਂ ਕਰਦੇ ਨੇ। ਗਰੋਥ ਮਤਲਬ ਕਿ ਉਹਨਾਂ ਦੀ ਬਾਡੀ ਗਰੋ ਕਿਵੇਂ ਕਰ ਰਹੀ ਹੈ, ਵਾਧਾ ਕਿਵੇਂ ਹੋ ਰਿਹਾ ਉਹਨਾਂ ਦੀ ਬਾਡੀ ਦਾ। ਓਰੀਜਨ ਉਹ ਕਿੱਥੋਂ ਆਏ ਨੇ, ਉਹ ਲਿਵਿੰਗ ਆਰਗੈਨਿਜ਼ਮ ਦਾ ਓਰੀਜਨ ਕਿੱਥੋਂ ਹੋਇਆ, ਕਿੱਥੋਂ ਉਹ ਲਾਈਫ ਬਣੀ ਹੈ, ਅਤੇ ਜਿੱਥੋਂ ਉਹ ਬਣੇ ਸੀ ਉਸ ਤੋਂ ਲੈ ਕੇ ਅੱਜ ਦੇ ਟਾਈਮ ਤੱਕ ਕਿਵੇਂ ਪਹੁੰਚੇ ਨੇ, ਉਹਨਾਂ ਦਾ ਜੀਵ ਵਿਕਾਸ ਕਿਵੇਂ ਹੋਇਆ, ਇਸ ਨੂੰ ਅਸੀਂ ਐਵੋਲਿਊਸ਼ਨ ਕਹਾਂਗੇ। ਡਿਸਟਰੀਬਿਊਸ਼ਨ ਸਾਡੀ ਅਰਥ ਦੇ ਵਿੱਚ ਕਿਹੜੇ ਕਿਹੜੇ ਕਾਰਨਰਸ 'ਤੇ ਕਿਹੜੇ ਕਿਹੜੇ ਪਾਰਟਸ ਦੇ ਵਿੱਚ ਕਿਹੜੇ ਕਿਹੜੇ ਤਰ੍ਹਾਂ ਦੇ ਆਰਗੈਨਿਜ਼ਮ ਡਿਸਟਰੀਬਿਊਟ ਹੋਏ ਹੋਏ ਨੇ। ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਅਸੀਂ ਬਾਇਓਲੋਜੀ ਦੇ ਵਿੱਚ ਪੜ੍ਹਾਂਗੇ। ਮੈਂ ਅਗੇਨ ਗੱਲ ਕਰ ਰਿਹਾ ਸਟਰਕਚਰ ਦੀ ਕਿ ਬਣਤਰ ਪੜ੍ਹਨੀ ਹੈ, ਫੰਕਸ਼ਨ ਦੀ ਉਹ ਕੀ ਕੰਮ ਕਰਦੇ ਨੇ, ਗਰੋਥ ਕਿਵੇਂ ਵਾਧਾ ਹੋ ਰਿਹਾ ਹੈ, ਓਰੀਜਨ ਕਿੱਥੋਂ ਉਹ ਡਿਵੈਲਪ ਹੋਏ ਨੇ, ਕਿੱਥੋਂ ਉਹਨਾਂ ਦੀ ਸ਼ੁਰੂਆਤ ਹੋਈ ਹੈ, ਜੀਵ ਵਿਕਾਸ ਉਹਨਾਂ ਦਾ ਕਿਵੇਂ ਹੋਇਆ, ਐਵੋਲਿਊਸ਼ਨ ਕਿਵੇਂ ਹੋਈ ਹੈ, ਅਤੇ ਲਿਵਿੰਗ ਆਰਗੈਨਿਜ਼ਮ ਦੀ ਸਾਰੀ ਡਿਸਟਰੀਬਿਊਸ਼ਨ। ਇਹ ਬੇਟਾ ਅਸੀਂ ਸਟੱਡੀ ਕਰਾਂਗੇ ਆਪਣੇ ਇਸ ਸਬਜੈਕਟ ਦੇ ਵਿੱਚ ਬਾਇਓਲੋਜੀ ਦੇ ਵਿੱਚ। ਸੋ ਨੈਕਸਟ ਬਾਇਓਲੋਜੀ ਦੇ ਫੀਲਡਸ ਕਿਹੜੇ ਕਿਹੜੇ ਨੇ? ਅਸੀਂ ਬੇਟਾ ਜਿਹੜਾ ਹੈਗਾ ਬਾਇਓਲੋਜੀ ਦੇ 9 ਅੰਬਰੇਲਾ ਫੀਲਡਸ ਮੰਨਦੇ ਹਾਂ। ਜਿਵੇਂ ਇੱਕ ਛਤਰੀ ਹੁੰਦੀ ਹੈ ਨਾ, ਛਤਰੀ ਦੇ ਵਿੱਚ ਅਲੱਗ-ਅਲੱਗ ਜਿਹੜੀਆਂ ਐਕਸਪੋਕਸ ਲੱਗੀਆਂ ਹੁੰਦੀਆਂ, ਤਾਂ ਬਿਲਕੁਲ ਉਸੇ ਤਰੀਕੇ ਨਾਲ ਬਾਇਓਲੋਜੀ ਨੂੰ ਜੇ ਇੱਕ ਅੰਬਰੇਲਾ ਮੰਨ ਲਈਏ ਨਾ
ਤਾਂ ਉਸ ਅੰਬਰੇਲਾ ਦੇ ਵਿੱਚ ਅੱਗੇ ਕਿਹੜੇ ਸਬ ਫੀਲਡਸ ਆ ਜਾਣਗੇ ਬਾਇਓਲੋਜੀ ਦੇ ਜਿਹੜੇ ਅਸੀਂ ਸਟੱਡੀ ਕਰਾਂਗੇ। ਤਾਂ ਇੱਥੇ ਬੇਟਾ 9 ਫੀਲਡ ਜਿਹੜੇ ਹੈਗੇ ਨੇ ਤੁਹਾਡੀ ਸਕਰੀਨ ਦੇ ਉੱਤੇ ਦਿਖਾਈ ਦੇ ਰਹੇ ਹੈ। ਬੋਟਨੀ, ਸੈਲੂਲਰ ਬਾਇਓਲੋਜੀ, ਇਕੋਲੋਜੀ, ਐਵੋਲੂਸ਼ਨਰੀ ਬਾਇਓਲੋਜੀ, ਜੈਨੇਟਿਕਸ, ਮੋਲੀਕੂਲਰ ਬਾਇਓਲੋਜੀ, ਫਿਜ਼ੀਓਲੋਜੀ ਐਂਡ ਜਿਓਲੋਜੀ। ਸੋ ਸਾਰੇ ਸਟੂਡੈਂਟਸ ਜਿਹੜੇ ਹੈਗੇ ਨੇ ਬੇਟਾ ਆਪਣੀ ਕਾਪੀ ਪੈਨ ਨਾਲ ਲੈ ਕੇ ਬੈਠੇ ਹੋਣਗੇ। ਸਕਰੀਨ ਇੱਕ ਵਾਰ ਪੌਜ਼ ਕਰਕੇ ਇਹਨਾਂ ਸਾਰੇ ਫੀਲਡਸ ਦੇ ਨਾਮ ਲਿਖ ਲਓ, ਫਿਰ ਅਸੀਂ 1 ਬਾਏ 1 ਇਹਨਾਂ ਫੀਲਡਸ ਨੂੰ ਡਿਫਾਈਨ ਕਰਦੇ ਜਾਵਾਂਗੇ ਅਤੇ ਡਿਫਾਈਨ ਕਰਕੇ ਸਾਨੂੰ ਪਤਾ ਲੱਗ ਜਾਏਗਾ ਕਿ ਬਾਇਓਲੋਜੀ ਦੇ ਕਿਹੜੇ ਫੀਲਡਸ ਹੈਗੇ ਹੈ। ਸੋ ਸਾਡਾ ਅੱਜ ਦੇ ਚੈਪਟਰ ਦਾ ਸਕੋਪ ਇੰਨਾ ਹੀ ਹੋਣ ਵਾਲਾ ਹੈ ਕਿ ਵਟ ਇਜ਼ ਬਾਇਓਲੋਜੀ, ਅਤੇ ਬਾਇਓਲੋਜੀ ਦੇ ਜਿਹੜੇ ਫੀਲਡਸ ਨੇ ਕੱਲੇ ਫੀਲਡ ਦੀ ਅਸੀਂ ਡੈਫੀਨੇਸ਼ਨ ਜਿਹੜੀ ਹੈਗੀ ਉਹ ਪੜ੍ਹਾਂਗੇ। ਇਹ 9 ਫੀਲਡ ਬੇਟਾ ਆਪਣੇ ਕੋਲ ਇੱਥੇ ਦਿੱਤੇ ਹੋਏ ਹੈ 1 2 3 4 5 6 7 8 ਐਂਡ 9। ਬਟ ਇਹਨਾਂ 9 ਫੀਲਡਸ ਦੇ ਵਿੱਚੋਂ 2 ਫੀਲਡਸ ਨੂੰ ਜਿਹੜਾ ਹੈਗਾ ਬੇਟਾ ਮੈਂ ਬੋਲਡ ਕਰਕੇ ਲਿਖਿਆ ਹੋਇਆ, ਦੇਖੋ, ਇੱਕ ਬੋਟਨੀ ਹੈ ਅਤੇ ਇੱਕ ਜੂਲੌਜੀ ਹੈ। ਸੋ ਇਹ ਦੋਨੋਂ ਫੀਲਡ ਕੀ ਹੈ। ਸਭ ਤੋਂ ਪਹਿਲਾਂ ਬੇਟਾ ਜਿਹੜਾ ਹੈਗਾ ਮੈਂ ਪੜ੍ਹਾਉਣਾ ਤੁਹਾਨੂੰ ਦੱਸਦਾ ਹੈਗਾ ਬੋਟਨੀ ਬਾਰੇ। ਬੋਟਨੀ ਜਿਹੜੀ ਹੈਗੀ ਹੈ ਬੇਟਾ ਉਹ ਹੈ ਪੌਦਾ ਵਿਗਿਆਨ, ਪਲਾਂਟਸ ਦੀ ਸਟੱਡੀ। ਜਿੰਨੇ ਵੀ ਪਲਾਂਟਸ ਹੈਗੇ ਨੇ, ਕਿਵੇਂ ਪਲਾਂਟਸ ਗਰੋ ਕਰਦੇ ਨੇ, ਕਿਹੜੀਆਂ ਕਲਾਸਿਸ ਦੇ ਵਿੱਚ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਪਲਾਂਟ ਨੂੰ ਡਿਵਾਈਡ ਕੀਤਾ ਹੋਇਆ ਹੈ, ਪਲਾਂਟਸ ਦੀ ਗਰੋਥ ਦੇ ਲਈ ਕਿਹੋ ਜਿਹਾ ਐਨਵਾਇਰਮੈਂਟਲ ਸੂਟੇਬਲ ਹੁੰਦਾ ਹੈ, ਪਲਾਂਟ ਦਾ ਲਾਈਫ ਸਾਈਕਲ ਕਿਵੇਂ ਹੁੰਦਾ ਹੈ, ਪਲਾਂਟ ਰੀਪਰੋਡਕਸ਼ਨ ਕਿਵੇਂ ਕਰਦੇ ਨੇ, ਪਲਾਂਟ ਜਿਹੜੇ ਹੈਗੇ ਨੇ ਕਿਵੇਂ ਨਵੇਂ ਬੀਜ ਬਣਾਉਂਦੇ ਨੇ, ਉਹ ਸਾਰੇ ਅਸੀਂ ਬਾਇਓਲੋਜੀ ਦੇ ਇਸ ਫੀਲਡ ਦੇ ਵਿੱਚ ਪੜ੍ਹਾਂਗੇ ਬੋਟਨੀ ਦੇ ਵਿੱਚ। ਬਹੁਤ ਇੰਟਰਸਟਿੰਗ ਫੀਲਡ ਹੈ ਬੋਟਨੀ। ਸੋ ਬਹੁਤ ਸਾਰੇ ਬੱਚਿਆਂ ਦਾ ਇੰਟਰਸਟ ਵੀ ਹੁੰਦਾ ਹੈ। ਐਗਰੀਕਲਚਰ ਨਾਲ ਜੁੜੇ ਹੋਏ ਲੋਕ ਹੈ ਬੇਟਾ ਅਸੀਂ, ਇਸ ਕਰਕੇ ਸਾਨੂੰ ਬਾਇਓਲੋਜੀ ਦੀ ਨੌਲੇਜ ਹੋਣੀ ਤਾਂ ਵੈਸੇ ਹੀ ਜ਼ਿਆਦਾ ਜ਼ਰੂਰੀ ਹੈ। ਇਸ ਤੋਂ ਬਾਅਦ ਦੇ ਵਿੱਚ ਬੇਟਾ ਦੂਸਰੀ ਜਿਹੜੀ ਹੈਗੀ ਆਪਣੇ ਕੋਲ ਇੰਪੋਰਟੈਂਟ ਸਬਜੈਕਟ ਜਿਹੜਾ ਹੈਗਾ ਉਹ ਹੈ ਜੂਲੌਜੀ। ਦਿਸ ਇਜ਼ ਦਾ ਸਟੱਡੀ ਆਫ ਐਨੀਮਲਸ। ਐਨੀਮਲਸ ਦੀ ਸਟੱਡੀ ਜਿਹੜੀ ਹੈਗੀ ਹੈ ਬੇਟਾ ਜੰਤੂ ਵਿਗਿਆਨ ਜਿਹੜੀ ਹੈਗੀ, ਜਿਵੇਂ ਪੌਦਾ ਵਿਗਿਆਨ ਸੀ ਉਸੇ ਤਰੀਕੇ ਨਾਲ ਕੀ ਹੈ ਬੇਟਾ ਇਹ ਜੰਤੂ ਵਿਗਿਆਨ ਹੈ। ਐਨੀਮਲਸ ਜਿਹੜੇ ਹੈਗੇ ਨੇ ਉਹ ਕਿਹੜੀਆਂ ਕੈਟਾਗਰੀਜ਼ ਦੇ ਵਿੱਚ ਡਿਵਾਈਡ ਕੀਤੇ ਜਾ ਸਕਦੇ ਨੇ, ਕਿਉਂ ਕੁਝ ਐਨੀਮਲਸ ਜਿਹੜੇ ਹੈਗੇ ਨੇ ਉਹ ਕ੍ਰੀਪਿੰਗ ਹੁੰਦੇ ਹੈ, ਕਿਉਂ ਕੁਝ ਐਨੀਮਲਸ ਜਿਹੜੇ ਕੋਲਡ ਬਲੱਡਡ ਹੁੰਦੇ ਹੈ, ਕਈਆਂ ਦਾ ਖੂਨ ਜੰਮ ਜਾਂਦਾ ਹੈ, ਕਿਉਂ ਕੁਝ ਐਨੀਮਲਸ ਜਿਹੜੇ ਹੈਗੇ ਨੇ ਬੇਟਾ ਉਹ ਬਰਡਸ ਹੁੰਦੇ, ਮਤਲਬ ਕਿ ਉੱਡ ਸਕਦੇ ਹੈ, ਕਿਉਂ ਕੁਝ ਐਨੀਮਲਸ ਜਿਹੜੇ ਹੈਗੇ ਨੇ ਉਹ ਹਨੇਰੇ ਦੇ ਵਿੱਚ ਰਹਿਣਾ ਪਸੰਦ ਕਰਦੇ ਆ, ਕੁਝ ਐਨੀਮਲਸ ਜਿਹੜੇ ਹੈਗੇ ਨੇ ਲਾਈਟ ਦੇ ਵਿੱਚ ਰਹਿੰਦੇ ਆ, ਕੁਝ ਐਨੀਮਲਸ ਰਾਤ ਨੂੰ ਜਿਹੜਾ ਆਪਣਾ ਫੀਡਿੰਗ ਦੇ ਲਈ ਜਾਂਦੇ ਆ, ਕੁਝ ਦਿਨ ਦੇ ਵਿੱਚ ਨਿਕਲਦੇ ਆ। ਇਹਨਾਂ ਸਾਰੇ ਕੁਐਸਚਨਸ ਦੇ ਆਨਸਰ ਸਾਨੂੰ ਸਾਡਾ ਸਬਜੈਕਟ ਦੇਣ ਵਾਲਾ ਹੈ ਜੂਲੌਜੀ। ਸੋ ਇਹ ਪਲਾਂਟਸ ਦੀ ਸਟੱਡੀ ਅਤੇ ਐਨੀਮਲਸ ਦੀ ਸਟੱਡੀ, ਪਲਾਂਟਸ ਦੀ ਸਟੱਡੀ ਬੋਟਨੀ ਅਤੇ ਐਨੀਮਲਸ ਦੀ ਸਟੱਡੀ ਜੂਲੌਜੀ, ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਫੀਲਡ ਹੈਗੇ ਨੇ ਬਾਇਓਲੋਜੀ ਦੇ। ਸੋ ਅਸੀਂ ਹੁਣ 1 ਬਾਏ 1 ਇਹਨਾਂ ਸਾਰੇ ਫੀਲਡਸ ਦੀ ਡੈਫੀਨੇਸ਼ਨ ਇਹਨਾਂ ਫੀਲਡਸ ਬਾਰੇ ਪਤਾ ਕਰਦੇ ਹਾਂ। ਸਕਰੀਨ ਦੇ ਉੱਤੇ ਦਿਖਾਈ ਦੇ ਰਿਹਾ ਬੇਟਾ ਸਾਡਾ ਸਭ ਤੋਂ ਪਹਿਲਾ ਫੀਲਡ ਜਿਹੜਾ ਹੈਗਾ ਉਹ ਹੈ ਬਾਇਓਕੈਮਿਸਟਰੀ। ਬਾਇਓਕੈਮਿਸਟਰੀ ਕੀ ਹੈ ਬੇਟਾ? ਸਾਡੀ ਜਿਹੜੀ ਸਕਰੀਨ ਦੇ ਉੱਤੇ ਦੇਖੋ ਇੱਕ ਬੜਾ ਵਧੀਆ ਜਿਹੜਾ ਹੈਗਾ ਪਿਕਚਰ ਦਿਖਾਈ ਹੋਈ ਹੈ। ਇਸ ਅਰਥ ਦੀ ਗੱਲ ਕਰਦੇ ਹਾਂ ਬੇਟਾ। ਇਹ ਅਰਥ ਜਿਹੜਾ ਬਾਇਓਸਫੀਅਰ ਹੈ, ਜਿਹਦੇ ਵਿੱਚ ਏਅਰ ਵੀ ਆ ਜਾਂਦੀ ਹੈ, ਵਾਟਰ ਵੀ ਆ ਜਾਂਦਾ ਹੈ, ਲਿਥੋਸਫੀਅਰ ਆ ਜਾਂਦਾ ਹੈ, ਹਾਈਡਰੋਸਫੀਅਰ ਆ ਜਾਂਦਾ ਹੈ, ਐਟਮੋਸਫੀਅਰ ਆ ਜਾਂਦਾ ਹੈ। 3 ਪਾਰਟ ਇਸ ਬਾਇਓਸਫੀਅਰ ਦੇ ਮੰਨੇ ਜਾਂਦੇ ਹੈ, ਜਿਹਦੇ ਵਿੱਚ ਹਵਾ, ਪਾਣੀ ਅਤੇ ਮਿੱਟੀ। ਹਵਾ ਨਾਲ ਰਿਲੇਟਡ ਐਟਮੋਸਫੀਅਰ, ਪਾਣੀ ਨਾਲ ਰਿਲੇਟਡ ਹਾਈਡਰੋਸਫੀਅਰ ਅਤੇ ਮਿੱਟੀ ਨਾਲ ਰਿਲੇਟਡ ਲਿਥੋਸਫੀਅਰ। ਸੋ ਇਹ 3 ਇਸ ਦੇ ਪਾਰਟ ਹੈਗੇ ਨੇ, ਐਟਮੋਸਫੀਅਰ, ਹਾਈਡਰੋਸਫੀਅਰ ਐਂਡ ਲਿਥੋਸਫੀਅਰ। ਸੋ ਇਹ ਸਾਰਾ ਬਾਇਓਸਫੀਅਰ ਹੈ। ਜੇ ਅਸੀਂ ਇਸ ਬਾਇਓਸਫੀਅਰ ਦੀ ਗੱਲ ਕਰੀਏ, ਇਸ ਬਾਇਓਸਫੀਅਰ ਦੇ ਵਿੱਚ ਬਹੁਤ ਜ਼ਿਆਦਾ ਇਕੋਸਿਸਟਮਸ ਹੈਗੇ ਨੇ, ਜਿਹਦੇ ਵਿੱਚ ਪਲਾਂਟਸ ਅਤੇ ਐਨੀਮਲਸ ਇੱਕ ਦੂਜੇ ਨਾਲ ਇੰਟਰੈਕਟ ਕਰਕੇ ਰਹਿ ਰਹੇ ਨੇ। ਇਸ ਇਕੋਸਿਸਟਮ ਦੇ ਵਿੱਚ ਇੱਕ ਤਰ੍ਹਾਂ ਦੇ ਰਹਿਣ ਵਾਲੇ ਆਰਗੈਨਿਜ਼ਮ ਨੂੰ ਅਸੀਂ ਪਾਪੂਲੇਸ਼ਨ ਕਹਿ ਦਿੰਦੇ ਹਾਂ, ਅਤੇ ਉਹਨਾਂ 'ਚੋਂ ਇੱਕ ਆਰਗੈਨਿਜ਼ਮ ਜਿਹੜਾ ਹੈਗਾ ਉਹ ਸਿੰਗਲ ਆਰਗੈਨਿਜ਼ਮ ਆ ਗਿਆ। ਹੁਣ ਬੇਟਾ ਇਸ ਫਰਦਰ ਆਰਗੈਨਿਜ਼ਮ ਦੀ ਬਾਡੀ ਨੂੰ ਜੇ ਜਾ ਕੇ ਦੇਖੀਏ, ਇਹਦੀ ਬਾਡੀ ਅਲੱਗ-ਅਲੱਗ ਆਰਗਨ ਸਿਸਟਮ ਦੀ ਬਣੀ ਹੁੰਦੀ ਹੈ, ਜਿਵੇਂ ਇੱਥੇ ਸਕੈਲਟਨ ਸਿਸਟਮ ਦੀ ਬਣੀ ਹੋਈ ਹੈ। ਇਹਦੇ ਵਿੱਚ ਬਹੁਤ ਸਾਰੀਆਂ ਬੋਨਸ ਹੋਣਗੀਆਂ, ਆਰਗਨ ਹੋਣਗੇ, ਟਿਸ਼ੂਜ਼ ਹੋਣਗੇ, ਦੈਨ ਸੈੱਲ ਹੋਣਗੇ। ਸੈੱਲ ਦੇ ਵਿੱਚ ਅੱਗੇ ਜਾ ਕੇ ਸੈੱਲ ਆਰਗੈਨਲੀਜ਼ ਅਤੇ ਮੋਲੀਕਿਊਲਸ ਹੋਣਗੇ। ਇਹਦਾ ਮਤਲਬ ਬੇਟਾ ਬੇਸਿਕ ਲੈਵਲ 'ਤੇ ਜਾ ਕੇ ਦੇਖਿਆ ਜਾਵੇ ਹਰ ਇੱਕ ਚੀਜ਼ ਇਹਨਾਂ ਐਟਮਸ ਅਤੇ ਮੋਲੀਕਿਊਲਸ ਦੀ ਬਣੀ ਹੋਈ ਹੈ। ਇਹ ਐਟਮਸ ਅਤੇ ਮੋਲੀਕਿਊਲ ਕਿਵੇਂ ਇੱਕ ਹਾਇਰਾਰਕੀ ਦੇ ਵਿੱਚ ਅਰੇਂਜ ਹੋ ਕੇ ਪੂਰੇ ਦਾ ਪੂਰਾ ਬਾਇਓਸਫੀਅਰ ਬਣਾ ਰਹੇ ਹੈ ਬੇਟਾ। ਇਹ ਸਟੱਡੀ ਜਿਹੜੀ ਹੈਗੀ ਸਾਰੀ ਬਾਇਓਲੋਜੀ 'ਚ ਕੀਤੀ ਜਾਂਦੀ ਹੈ। ਬਟ ਜੇ ਅਸੀਂ ਬੇਟਾ ਇੱਕ ਆਰਗਨ ਦੇ ਅੰਦਰ ਆ ਜਾਈਏ, ਉਹਦੇ ਵਿੱਚ ਜਾ ਕੇ ਇਹਨਾਂ ਸਾਰੇ ਮੋਲੀਕਿਊਲਸ ਨੂੰ ਵੇਖੀਏ, ਉਹਦੇ ਸਾਰੇ ਮੋਲੀਕਿਊਲਸ ਜਿਹੜੇ ਹੈਗੇ ਨੇ ਬੇਟਾ ਉਹ ਕਿਵੇਂ ਇੱਕ ਦੂਜੇ ਨਾਲ ਇੰਟਰੈਕਟ ਕਰ ਰਹੇ ਹੈ। ਲਿਵਿੰਗ ਆਰਗੈਨਿਜ਼ਮ ਦੇ ਵਿੱਚ ਕਿਹੋ ਜਿਹੇ ਕੈਮੀਕਲ ਰਿਐਕਸ਼ਨਸ ਹੋ ਰਹੇ ਹੈ, ਉਹਦੀ ਬਾਡੀ ਕਿਹੋ ਜਿਹੇ ਕੈਮੀਕਲਸ ਦੀ ਬਣੀ ਹੋਈ ਹੈ, ਜਿਵੇਂ ਪ੍ਰੋਟੀਨਸ ਨੇ, ਅਮੀਨੋ ਐਸਿਡ ਨੇ, ਕਾਰਬੋਹਾਈਡਰੇਟਸ ਨੇ,
ਉਹਨਾਂ ਸਾਰਿਆਂ ਨੂੰ ਅਸੀਂ ਇਸ ਫੀਲਡ ਦੇ ਵਿੱਚ ਸਟੱਡੀ ਕਰਾਂਗੇ ਬਾਇਓਕੈਮਿਸਟਰੀ ਦੇ ਵਿੱਚ। ਤੁਸੀਂ ਇਹ ਫੀਲਡ ਸਾਰੇ ਸਟੱਡੀ ਕੀਤੇ ਹੋਏ ਹੈ, ਫੀਲਡ ਨਹੀਂ ਤੁਹਾਡੇ ਵਾਸਤੇ ਨਵੇਂ ਹੈਗੇ, ਬਟ ਇਹਨਾਂ ਦੇ ਨਾਮ ਹੀ ਨਵੇਂ ਨੇ, ਇਹ ਬ੍ਰਾਂਚਸ ਉਹੀ ਨੇ, ਨਾਮ ਹੀ ਨਵੇਂ ਨੇ ਇਹਨਾਂ ਦੇ ਸਿਰਫ। ਇਸ ਤੋਂ ਬਾਅਦ 'ਚ ਬੇਟਾ ਜਿਹੜੀ ਹੈਗੀ ਹੈ ਬਹੁਤ ਹੀ ਇੰਪੋਰਟੈਂਟ ਬ੍ਰਾਂਚ ਆਫ ਬਾਇਓਲੋਜੀ, ਦੈਟ ਇਜ਼ ਬੋਟਨੀ। ਬੋਟਨੀ ਕੀ ਹੈ? ਬੋਟਨੀ ਇਜ਼ ਦਾ ਸਟੱਡੀ ਆਫ ਪਲਾਂਟਸ ਇਨਕਲੂਡਿੰਗ ਐਗਰੀਕਲਚਰ। ਪਲਾਂਟਸ ਦੀ ਸਟੱਡੀ, ਪਲਾਂਟਸ ਦੀ ਸਟੱਡੀ ਦੇ ਵਿੱਚ ਜਿਹੜਾ ਹੈਗਾ ਦੇਖੋ ਐਗਰੀਕਲਚਰ ਦੇ ਵਿੱਚ ਕਿ ਕਿਹੋ ਜਿਹੀ ਸਾਨੂੰ ਫਸਲ ਉਗਾਉਣੀ ਚਾਹੀਦੀ ਹੈ, ਕਿਹੜੇ ਸਮੇਂ ਦੇ ਵਿੱਚ ਸਾਨੂੰ ਫਸਲ ਉਗਾਉਣੀ ਚਾਹੀਦੀ ਹੈ, ਸਾਨੂੰ ਸਭ ਕੁਝ ਜਿਹੜਾ ਹੈਗਾ ਸਾਡੀ ਜਿਹੜੀਆਂ ਹੈਗੀਆਂ ਐਗਰੀਕਲਚਰ ਯੂਨੀਵਰਸਿਟੀਜ਼ ਦੱਸਦੀਆਂ ਨੇ। ਤਾਂ ਉਹ ਜਿੰਨੀ ਵੀ ਰਿਸਰਚ ਕਰ ਰਹੀਆਂ ਨੇ ਪਲਾਂਟਸ ਦੇ ਉੱਤੇ, ਸਾਰਾ ਉਹ ਬੋਟਨੀ ਦਾ ਹੀ ਪਾਰਟ ਹੈ। ਸੋ ਦਿਸ ਇਜ਼ ਦਾ ਸਟੱਡੀ ਆਫ ਪਲਾਂਟਸ। ਇਸ ਬੋਟਨੀ ਸਬਜੈਕਟ ਦੇ ਵਿੱਚ ਬੇਟਾ ਜਦੋਂ ਅਸੀਂ ਇੱਥੇ ਪੜ੍ਹਾਂਗੇ ਆਪਣੇ ਪੂਰੇ +1 ਦੇ ਵਿੱਚ, ਤਾਂ ਅਸੀਂ ਇਸ ਦੇ ਵਿੱਚ ਸਭ ਤੋਂ ਪਹਿਲਾਂ ਬੇਟਾ ਜਿਹੜਾ ਹੈਗਾ ਪਲਾਂਟ ਦਾ ਸਟਰਕਚਰ ਵੀ ਪੜ੍ਹਾਂਗੇ ਕਿ ਪਲਾਂਟ ਦਾ ਸਟਰਕਚਰ ਕੀ ਹੈ। ਸਟਰਕਚਰ ਪਲਾਂਟ ਦਾ ਦੋਨੋਂ ਤਰ੍ਹਾਂ ਦਾ ਪੜ੍ਹਿਆ ਜਾਊਗਾ, ਐਕਸਟਰਨਲ ਸਟਰਕਚਰ ਕਿ ਪਲਾਂਟ ਬਾਹਰੋਂ ਦੇਖਣ ਨੂੰ ਕਿਵੇਂ ਦਾ ਲੱਗਦਾ ਹੈ, ਐਂਡ ਇੰਟਰਨਲ ਸਟਰਕਚਰ ਕਿ ਪਲਾਂਟ ਅੰਦਰ ਤੋਂ ਦੇਖਣ ਤੋਂ ਕਿਵੇਂ ਦਾ ਲੱਗਦਾ ਹੈ। ਤਾਂ ਐਕਸਟਰਨਲ ਸਟਰਕਚਰ ਦੀ ਸਟੱਡੀ ਮੋਰਫੋਲੋਜੀ ਹੁੰਦੀ ਹੈ, ਇੰਟਰਨਲ ਦੀ ਐਨਾਟਮੀ ਹੁੰਦੀ ਹੈ। ਕੋਈ ਗੱਲ ਨਹੀਂ, ਘਬਰਾਓ ਨਾ, ਡਰੋ ਨਾ, ਸਾਰੀਆਂ ਟਰਮਸ ਤੁਹਾਨੂੰ ਹੌਲੀ ਹੌਲੀ ਕਰਕੇ ਸਾਰੀਆਂ ਪਤਾ ਲੱਗ ਜਾਣਗੀਆਂ। 1 ਬਾਏ 1 ਟਰਮਸ ਜਿਹੜੀਆਂ ਹੈਗੀਆਂ ਸਾਰੀਆਂ ਤੁਸੀਂ ਸਿੱਖ ਜਾਓਗੇ। ਇਸ ਤੋਂ ਬਾਅਦ 'ਚ ਅਸੀਂ ਸਟਰਕਚਰ ਸਟੱਡੀ ਕਰ ਲੈਣ ਤੋਂ ਬਾਅਦ 'ਚ ਪਲਾਂਟਸ ਦਾ ਇੱਕ ਬਹੁਤ ਹੀ ਇੰਪੋਰਟੈਂਟ ਫੰਕਸ਼ਨ ਹੈ ਕਿ ਪੌਦੇ ਕੀ ਕਰਦੇ ਨੇ ਜੀ, ਫੋਟੋਸਿੰਥਸਿਸ ਕਰਦੇ ਨੇ, ਪ੍ਰਕਾਸ਼ ਸੰਸਲੇਸ਼ਨ ਕਰਦੇ ਆ। ਹੁਣ ਤੱਕ ਤੁਸੀਂ ਪ੍ਰਕਾਸ਼ ਸੰਸਲੇਸ਼ਨ ਪੜ੍ਹਦੇ ਆਏ ਹੋ, ਬਟ ਉਸ ਦੀਆਂ ਬਹੁਤ ਜ਼ਿਆਦਾ ਡਿਟੇਲਸ ਜਿਹੜੀਆਂ ਹੈਗੀਆਂ ਨੇ ਅਸੀਂ +1 ਦੀ ਬੋਟਨੀ ਪੋਰਸ਼ਨ ਦੇ ਵਿੱਚ ਪੜ੍ਹਨ ਜਾ ਰਹੇ ਹਾਂ। ਸੋ ਇਹ ਸੀਗਾ ਬਾਇਓਲੋਜੀ ਦਾ ਨੈਕਸਟ ਫੀਲਡ ਬੋਟਨੀ। ਇਸ ਤੋਂ ਨੈਕਸਟ ਜਿਹੜਾ ਹੈਗਾ ਬੇਟਾ ਸੈਲੂਲਰ ਬਾਇਓਲੋਜੀ। ਇਹ ਸਾਡੀ ਬਾਇਓਲੋਜੀ ਦਾ ਇੱਕ ਇਹੋ ਜਿਹਾ ਫੀਲਡ ਹੈ ਜਿਹਦੇ ਵਿੱਚ ਅਸੀਂ ਸੈੱਲਾਂ ਦੀ ਸਟੱਡੀ ਕਰਦੇ ਹਾਂ। ਕਿਉਂਕਿ ਮੈਂ ਤੁਹਾਨੂੰ ਹੁਣੇ ਇੱਥੇ ਪਿੱਛੇ ਪੜ੍ਹਾਇਆ ਸੀ ਕਿ ਜਿਹੜਾ ਸਾਡੇ ਕੋਲੇ ਸੈੱਲ ਹੈਗਾ, ਸੈੱਲ ਹੀ ਇੱਕ ਯੂਨਿਟ ਹੈਗੀ ਹੈ, ਜਿਹੜੇ ਸੈੱਲ ਇੱਕ ਦੂਜੇ ਨਾਲ ਕੰਬਾਈਨ ਕਰ ਕਰਕੇ ਟਿਸ਼ੂਜ਼ ਜਿਹੜੇ ਹੈਗੇ ਨੇ ਬੇਟਾ ਇੱਕ ਦੂਸਰੇ ਨਾਲ ਕੰਬਾਈਨ ਕਰ ਕਰਕੇ ਕੀ ਬਣਾਉਂਦੇ ਨੇ, ਆਰਗਨ ਬਣਾਉਂਦੇ ਨੇ। ਆਰਗਨ ਤੋਂ ਆਰਗਨ ਸਿਸਟਮ ਬਣ ਜਾਂਦਾ ਅਤੇ ਪੂਰੇ ਦਾ ਪੂਰਾ ਆਰਗੈਨਿਜ਼ਮ ਬਣ ਜਾਂਦਾ ਹੈ। ਇਹਦਾ ਮਤਲਬ ਆਰਗੈਨਿਜ਼ਮ ਨੂੰ ਬਣਨ ਦੇ ਲਈ ਉਸਦੀ ਛੋਟੀ ਤੋਂ ਛੋਟੀ ਯੂਨਿਟ ਕਿਹੜੀ ਹੈ ਬੇਟਾ, ਰਿਪੀਟਿੰਗ ਯੂਨਿਟ ਕਿਹੜੀ ਹੈ, ਸੈੱਲ। ਇਨਫੈਕਟ ਸਾਡੀ ਬਾਡੀ ਦਾ ਸਟਰਕਚਰ ਵੀ ਸੈੱਲਾਂ ਦਾ ਬਣਿਆ ਹੋਇਆ ਹੈ ਅਤੇ ਸਾਡੀ ਬਾਡੀ ਦੇ ਸਾਰੇ ਕੰਮ ਵੀ ਸੈੱਲ ਕਰਦੇ ਨੇ। ਇਸ ਕਰਕੇ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਸੈੱਲ ਜਿਹੜਾ ਹੈਗਾ ਬੇਟਾ ਉਹ ਸਾਡੀ ਬਾਡੀ ਦਾ ਸਟਰਕਚਰਲ ਐਜ਼ ਵੈਲ ਐਜ਼ ਫੰਕਸ਼ਨਲ ਯੂਨਿਟ ਹੈ। ਮਤਲਬ ਕਿ ਸਾਡੀ ਬਾਡੀ ਦੀ ਬਣਤਰ ਵੀ ਅਤੇ ਸਾਡੀ ਬਾਡੀ ਦੇ ਸਾਰੇ ਕੰਮ ਵੀ ਕੌਣ ਕਰਦੇ ਨੇ, ਸੈੱਲ ਕਰਦੇ ਨੇ। ਸੋ ਸੈੱਲਾਂ ਦੇ ਨਾਲ ਰਿਲੇਟਡ ਇਹ ਬ੍ਰਾਂਚ ਜਿਹੜੀ ਹੈਗੀ ਦਿਸ ਇਜ਼ ਸੈਲੂਲਰ ਬਾਇਓਲੋਜੀ। 10+1 ਦੀ ਬਾਇਓਲੋਜੀ ਦਾ ਬਹੁਤ ਹੀ ਇੰਟਰਸਟਿੰਗ ਚੈਪਟਰ ਹੈਗਾ ਬੇਟਾ ਇਹ ਸੈੱਲ ਬਾਇਓਲੋਜੀ। ਤੁਹਾਡਾ ਯੂਨਿਟ ਜਿਹੜਾ ਹੈਗਾ ਇਹ ਸੈਕੰਡ ਜਿਹੜਾ ਹੈਗਾ ਆਪਣੇ ਕੋਲੇ, ਥਰਡ ਜਿਹੜਾ ਪਾਰਟ ਹੈਗਾ ਤੁਹਾਡੇ ਕੋਲੇ ਉਹ ਸੈੱਲ ਬਾਇਓਲੋਜੀ ਦੇ ਨਾਲ ਹੀ ਰਿਲੇਟਡ ਹੈਗਾ, ਜਿਹਦੇ ਵਿੱਚ ਤੁਸੀਂ ਸੈੱਲ ਦਾ ਸਟਰਕਚਰ ਜਿਵੇਂ ਸਕਰੀਨ 'ਤੇ ਦਿਖਾਇਆ ਹੋਇਆ ਪਲਾਂਟ ਸੈੱਲ ਦਾ ਸਟਰਕਚਰ ਹੈ, ਐਨੀਮਲ ਸੈੱਲ ਦਾ ਸਟਰਕਚਰ ਹੈ, ਪ੍ਰੋਕੈਰੀਓਟਿਕ ਯੂਕੈਰੀਓਟਿਕ ਸੈੱਲ ਦਾ ਸਟਰਕਚਰ, ਆਲਦੋ ਤੁਸੀਂ ਬੇਟਾ 10ਵੀਂ ਤੱਕ ਪੜ੍ਹਿਆ ਹੋਇਆ ਹੈ, ਬਟ ਹੋਰ ਜ਼ਿਆਦਾ ਡਿਟੇਲਸ ਇਹਨਾਂ ਦੀਆਂ ਲੈਣ ਵਾਲੇ ਹਾਂ ਅਸੀਂ +1 ਦੇ ਵਿੱਚ ਜਾ ਕੇ। ਸੋ ਇਹ ਆਪਣੀ ਜਿਹੜੀ ਬ੍ਰਾਂਚ ਹੈਗੀ ਹੈ ਬਾਇਓਲੋਜੀ ਦੀ, ਦਿਸ ਇਜ਼ ਕਾਲਡ ਸੈਲੂਲਰ ਬਾਇਓਲੋਜੀ। ਦੈਨ ਨੈਕਸਟ ਬ੍ਰਾਂਚ ਇਜ਼ ਇਕੋਲੋਜੀ। ਇਕੋਲੋਜੀ ਤਾਂ ਬਹੁਤ ਇੰਪੋਰਟੈਂਟ ਬ੍ਰਾਂਚ ਹੈ। ਇਕੋਲੋਜੀ ਦਾ ਮਤਲਬ ਇਹ ਹੈ ਕਿ ਸਾਡੇ ਇੱਥੇ ਬੇਟਾ 2 ਤਰ੍ਹਾਂ ਦੀਆਂ ਚੀਜ਼ਾਂ ਹੈਗੀਆਂ ਨੇ। ਇੱਕ ਤਾਂ ਅਸੀਂ ਮੰਨਦੇ ਹਾਂ ਕਿ ਅਸੀਂ ਲਿਵਿੰਗ ਕੰਪੋਨੈਂਟ ਹੈ, ਲਿਵਿੰਗ ਕੰਪੋਨੈਂਟ ਦੇ ਨਾਲ ਨਾਲ ਦੂਜੀਆਂ ਚੀਜ਼ਾਂ ਕੀ ਨੇ ਬੇਟਾ, ਨੋਨ ਲਿਵਿੰਗ ਵੀ ਤਾਂ ਹੈਗੀਆਂ ਨੇ। ਲਿਵਿੰਗ ਦੇ ਵਿੱਚ ਤਾਂ ਪਲਾਂਟਸ ਐਨੀਮਲਸ ਆ ਗਏ, ਨੋਨ ਲਿਵਿੰਗ ਦੇ ਵਿੱਚ ਕੀ ਆ ਗਿਆ, ਏਅਰ ਆ ਗਈ, ਵਾਟਰ ਆ ਗਿਆ, ਸੋਇਲ ਆ ਗਈ। ਹੁਣ ਏਅਰ ਵਾਟਰ ਸੋਇਲ ਕਿੰਨੀਆਂ ਜ਼ਿਆਦਾ ਇੰਪੋਰਟੈਂਟ ਨੇ। ਕੀ ਇਹ ਲਿਵਿੰਗ ਥਿੰਗਸ ਏਅਰ ਵਾਟਰ ਅਤੇ ਸੋਇਲ ਤੋਂ ਬਿਨਾਂ ਸਰਵਾਈਵ ਕਰ ਸਕਦੀਆਂ ਨੇ? ਬਿਲਕੁਲ ਵੀ ਨਹੀਂ ਸਰਵਾਈਵ ਕਰ ਸਕਦੀਆਂ। ਏਅਰ ਵਾਟਰ ਅਤੇ ਸੋਇਲ ਤੋਂ ਬਿਨਾਂ ਇਹ ਸਰਵਾਈਵ ਹੀ ਨਹੀਂ ਕਰ ਸਕਦੀਆਂ। ਇਹਦਾ ਮਤਲਬ ਬੇਟਾ ਕੀ ਹੈ ਕਿ ਇਹਨਾਂ ਦੋਨਾਂ ਚੀਜ਼ਾਂ ਦੀ, ਕਿਹੜੀਆਂ ਦੋਨਾਂ ਚੀਜ਼ਾਂ ਦੀ, ਲਿਵਿੰਗ ਥਿੰਗਸ ਦੀ ਲਿਵਿੰਗ ਅਤੇ ਦੂਸਰੀਆਂ ਜਿਹੜੀਆਂ ਹੈਗੀਆਂ ਨੇ ਨੋਨ ਲਿਵਿੰਗ, ਇਹਨਾਂ ਦੀ ਇੱਕ ਦੂਜੇ ਨਾਲ ਬਹੁਤ ਵਧੀਆ ਇੰਟਰੈਕਸ਼ਨ ਹੈ, ਇੱਕ ਦੂਜੇ ਨਾਲ ਬੰਨੀਆਂ ਹੋਈਆਂ ਨੇ। ਨਾ ਤਾਂ ਜਿਉਂਦੀਆਂ ਵਸਤੂਆਂ ਲਿਵਿੰਗ ਆਰਗੈਨਿਜ਼ਮ ਨੋਨ ਲਿਵਿੰਗ ਥਿੰਗਸ ਤੋਂ ਬਿਨਾਂ ਰਹਿ ਸਕਦੇ ਹੈ ਅਤੇ ਨਾ ਹੀ ਨੋਨ ਲਿਵਿੰਗ ਥਿੰਗਸ ਆਪਣੇ ਆਪ ਨੂੰ ਮੇਨਟੇਨ ਕਰਕੇ ਰੱਖ ਸਕਦੇ ਹੈ। ਤੁਸੀਂ ਸੋਚ ਸਕਦੇ ਹੋ ਵੀ ਜੇ ਪਲਾਂਟਸ ਜਾਂ ਐਨੀਮਲਸ ਨਾ ਹੋਣ ਤਾਂ ਆਕਸੀਜਨ ਅਤੇ ਕਾਰਬਨ ਡਾਈਆਕਸਾਈਡ ਦਾ ਸਾਈਕਲ ਕਿਵੇਂ ਚੱਲੂਗਾ, ਨਹੀਂ ਚੱਲ ਸਕਦਾ ਨਾ। ਸੋ ਇਸ ਕਰਕੇ ਬੇਟਾ ਜਿਹੜੇ ਇਹ ਸਾਰੇ ਹੈਗੇ ਨੇ, ਵਾਟਰ ਸਾਈਕਲ ਚੱਲਦਾ। ਵਾਟਰ ਸਾਈਕਲ ਕਿਵੇਂ ਚੱਲਦਾ ਹੈ,
ਪਲਾਂਟਸ ਦੀ ਹੈਲਪ ਨਾਲ ਹੀ ਚੱਲਦਾ ਨਾ। ਅਸੀਂ ਪੜ੍ਹਿਆ ਹੋਇਆ ਕਿ ਪਲਾਂਟਸ ਜਿੰਨਾ ਵਾਟਰ ਅਬਜ਼ੌਰਬ ਕਰਦੇ ਨੇ 98% ਜਿਹੜਾ ਟਰਾਂਸਪੀਰੇਸ਼ਨ ਦੀ ਫਾਰਮ ਦੇ ਵਿੱਚ ਉਹਨਾਂ ਤੋਂ ਚਲਿਆ ਜਾਂਦਾ ਅਤੇ ਉਹੀ ਉੱਤੇ ਜਾ ਕੇ ਵੈਪਰਸ ਬਣਦੇ ਨੇ ਨਾ ਫਿਰ, ਜਿਹਦੇ ਨਾਲ ਵਾਟਰ ਸਾਈਕਲ ਚੱਲਦਾ ਹੈ। ਇਹਦਾ ਮਤਲਬ ਲਿਵਿੰਗ ਅਤੇ ਨੋਨ ਲਿਵਿੰਗ ਥਿੰਗਸ ਇੱਕ ਦੂਜੇ ਨਾਲ ਇੰਟਰੈਕਟ ਕਰ ਰਹੀਆਂ ਨੇ ਅਤੇ ਉਹਨਾਂ ਦੀ ਇੰਟਰੈਕਸ਼ਨ ਨੂੰ ਹੀ ਅਸੀਂ ਕੀ ਬੋਲਦੇ ਹਾਂ ਬੇਟਾ, ਇਕੋਲੋਜੀ। ਸੋ ਬਾਇਓਲੋਜੀ ਦੀ ਬਹੁਤ ਇੰਪੋਰਟੈਂਟ ਬ੍ਰਾਂਚ ਹੈਗੀ ਇਕੋਲੋਜੀ। 10+2 ਦੇ ਵਿੱਚ ਇੱਕ ਸਪੈਸ਼ਲ ਯੂਨਿਟ ਹੈਗੀ ਹੈ ਬੇਟਾ ਇਕੋਲੋਜੀ ਇਨਵਾਇਰਮੈਂਟ ਦੀ, ਜਿਹਦੇ ਵਿੱਚ ਤੁਸੀਂ ਜਾ ਕੇ ਸਾਰਾ ਇਹ ਯੂਨਿਟ ਜਿਹੜਾ ਹੈਗਾ ਉਹ ਪੜ੍ਹਨਾ ਹੈਗਾ। ਹੋਰ ਬਾਇਓਲੋਜੀ ਕੀ ਹੈ? ਐਵੋਲੂਸ਼ਨਰੀ ਬਾਇਓਲੋਜੀ, ਜੀਵ ਵਿਕਾਸ ਕਿਵੇਂ ਹੁੰਦਾ ਹੈ। ਸਕਰੀਨ ਦੇ ਉੱਤੇ ਦਿਖਾਇਆ ਹੋਇਆ ਕਿ ਕਿਵੇਂ ਐਵੋਲੂਸ਼ਨ ਹੋਈ ਹੈ। ਮੈਂ ਤੁਹਾਨੂੰ ਦੱਸਿਆ ਸੀ ਕਿ ਸਾਡੇ ਬਹੁਤ ਸਾਰੇ ਕਰੈਕਟਰਸ ਇਸ ਤਰ੍ਹਾਂ ਮਿਲਦੇ ਆ, ਬਟ ਬਹੁਤ ਸਾਰੇ ਡਿਫਰੈਂਸਿਸ ਵੀ ਹੈਗੇ ਹੈ। ਤਾਂ ਅਸੀਂ ਕਿਵੇਂ ਡਿਵੈਲਪ ਹੋਏ ਹਾਂ, ਜੋ ਮਾਡਰਨ ਮੈਨ ਹੈਗਾ ਹੋਮੋ ਇਰੈਕਟਸ ਜਿਹੜਾ ਹੈਗਾ ਉਹ ਬਣ ਗਿਆ ਸੀ। ਹੋਮੋ ਇਰੈਕਟਸ ਤੋਂ ਬਾਅਦ ਦੇ ਵਿੱਚ ਆਉਂਦੇ ਆਉਂਦੇ ਹੋਮੋ ਸੇਪੀਅੰਸ ਤੱਕ ਅਸੀਂ ਆ ਗਏ। ਤਾਂ ਇਹ ਸਭ ਕੁਝ ਕਿਵੇਂ ਹੋਇਆ, ਇਹ ਸਾਰੇ ਦੀ ਜਿਹੜੀ ਸਟੱਡੀ ਹੈਗੀ ਹੈ ਬੇਟਾ, ਇਹ ਸਟੱਡੀ ਨੂੰ ਅਸੀਂ ਐਵੋਲੂਸ਼ਨ ਬੋਲਦੇ ਹਾਂ। ਐਂਡ ਦਿਸ ਇਜ਼ ਦਾ ਬ੍ਰਾਂਚ ਆਫ ਬਾਇਓਲੋਜੀ ਵਿਚ ਇਜ਼ ਕਾਲਡ ਐਵੋਲੂਸ਼ਨਰੀ ਬਾਇਓਲੋਜੀ। ਦਿਸ ਇਜ਼ ਦਾ ਸਟੱਡੀ ਆਫ ਓਰੀਜਨ ਐਂਡ ਚੇਂਜਸ ਇਨ ਦਾ ਡਾਇਵਰਸਿਟੀ ਆਫ ਦਾ ਲਾਈਫ ਓਵਰ ਟਾਈਮ। ਸਮੇਂ ਦੇ ਨਾਲ ਨਾਲ ਲਾਈਫ ਦੀ ਡਾਇਵਰਸਿਟੀ ਕਿਵੇਂ ਹੋਈ ਹੈ, ਉਹ ਸਾਰੀਆਂ ਚੀਜ਼ਾਂ ਅਸੀਂ ਐਵੋਲੂਸ਼ਨਰੀ ਬਾਇਓਲੋਜੀ ਦੇ ਵਿੱਚ ਬੇਟਾ ਜਿਹੜਾ ਹੈਗਾ ਉਹ ਪੜ੍ਹਾਂਗੇ। ਸੋ ਇਸ ਦੇ ਲਈ ਅਸੀਂ ਜਿਹੜਾ ਹੈਗਾ ਬੇਟਾ 10+2 ਦੇ ਵਿੱਚ ਇੱਕ ਯੂਨਿਟ ਸਾਡੇ ਕੋਲ ਹੈਗਾ ਐਵੋਲੂਸ਼ਨ ਦਾ, ਉਹ ਅਸੀਂ +2 ਦੇ ਵਿੱਚ ਜਾ ਕੇ ਪੜ੍ਹਾਂਗੇ। ਫਿਰ ਆ ਗਿਆ ਸਾਡੇ ਕੋਲ ਬੇਟਾ ਜੈਨੇਟਿਕਸ। ਜੈਨੇਟਿਕਸ ਕੀ ਹੈ? ਦਿਸ ਇਜ਼ ਦਾ ਸਟੱਡੀ ਆਫ ਹੈਰੀਡਿਟੀ। ਕਰੈਕਟਰਸ ਕਿਵੇਂ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦੇ ਹੈ, ਕਿਵੇਂ ਇੱਕ ਚਾਈਲਡ ਦੇ ਜਿਹੜੇ ਕਰੈਕਟਰਸ ਹੈਗੇ ਨੇ ਬੇਟਾ ਉਹ ਮਦਰ ਅਤੇ ਫਾਦਰ ਦੋਨਾਂ ਨਾਲ ਮਿਲਦੇ ਹੁੰਦੇ ਹੈ। ਕੁਛ ਕੁ ਕਰੈਕਟਰਸ ਮਦਰ ਫਾਦਰ ਤੋਂ ਇੰਟਾਇਰਲੀ ਡਿਫਰੈਂਟ ਹੁੰਦੇ ਆ ਅਤੇ ਕੁਛ ਕੁ ਕਰੈਕਟਰ ਮਦਰ ਨਾਲ ਜਾਂ ਫਾਦਰ ਨਾਲ ਰਿਜ਼ੈਂਬਲ ਕਰਦੇ ਹੈ। ਇਹ ਸਾਰੀਆਂ ਚੇਂਜਸ ਕਿਵੇਂ ਆਉਂਦੀਆਂ ਨੇ, ਕਿਵੇਂ ਕਰੈਕਟਰਸ ਇੱਕ ਪੀੜ੍ਹੀ ਤੋਂ ਦੂਜੀ ਪੀੜ੍ਹੀ ਤੱਕ ਜਾਂਦੇ ਨੇ, ਇਹ ਸਭ ਅਸੀਂ ਸਟੱਡੀ ਕਰਾਂਗੇ ਸਾਡੀ ਇਸ ਬ੍ਰਾਂਚ ਆਫ ਬਾਇਓਲੋਜੀ ਵਿਚ ਇਜ਼ ਕਾਲਡ ਜੈਨੇਟਿਕਸ। ਬਹੁਤ ਹੀ ਇੰਟਰਸਟਿੰਗ ਬ੍ਰਾਂਚ ਹੈਗੀ ਹੈ ਬਾਇਓਲੋਜੀ ਦੀ। ਪੜ੍ਹ ਕੇ ਸਾਨੂੰ ਬਹੁਤ ਸਾਰੀਆਂ ਨਵੀਆਂ ਚੀਜ਼ਾਂ ਦਾ ਪਤਾ ਲੱਗਦਾ, ਜਿਹੜੀਆਂ ਚੀਜ਼ਾਂ ਅਸੀਂ ਹੁਣ ਤੱਕ ਨਹੀਂ ਪੜ੍ਹੀਆਂ ਹੁੰਦੀਆਂ। ਇਸ ਕਰਕੇ ਇਹ ਜੈਨੇਟਿਕਸ ਬ੍ਰਾਂਚ ਜਿਹੜੀ ਹੈਗੀ ਹੈ ਬੇਟਾ, ਇਹ ਵੀ ਸਾਡੀ +2 ਦੇ ਵਿੱਚ ਇਸ ਦਾ ਪੋਰਸ਼ਨ ਹੈਗਾ ਬੇਟਾ। +1 'ਚ ਅਸੀਂ ਥੋੜ੍ਹਾ ਜਿਹਾ ਕੁਛ ਇਸ ਦਾ ਆਈਡੀਆ ਲਵਾਂਗੇ। ਸੋ ਇਹ ਵੀ ਇੱਕ ਇੰਪੋਰਟੈਂਟ ਬ੍ਰਾਂਚ ਹੈਗੀ ਹੈ ਬੇਟਾ ਬਾਇਓਲੋਜੀ ਦੀ, ਜੈਨੇਟਿਕਸ। ਜਿਹੜੇ ਮੈਂ 9 ਫੀਲਡਸ ਇਸ ਦੇ ਦੱਸ ਰਿਹਾ, 9 ਅੰਬਰੇਲਾ ਫੀਲਡਸ, ਉਹਨਾਂ ਦੇ ਵਿੱਚੋਂ ਇੱਕ ਬਹੁਤ ਇੰਪੋਰਟੈਂਟ ਫੀਲਡ ਜੈਨੇਟਿਕਸ ਹੈ, ਜਿਹਦੇ ਵਿੱਚ ਜਿਹੜਾ ਹੈਗਾ ਜਿਹੜਾ ਬੋਟਨੀ ਜਾਂ ਜੂਲੌਜੀ ਨਾਲ ਰਿਲੇਟਡ ਇਕੱਲੇ ਨਾਲ ਨਹੀਂ ਕਹਿ ਸਕਦੇ। ਪਲਾਂਟਸ ਦੀ ਵੀ ਉਵੇਂ ਸਟੱਡੀ ਕਰਾਂਗੇ ਅਸੀਂ, ਐਨੀਮਲਸ ਦੇ ਵਿੱਚ ਵੀ ਸਟੱਡੀ ਕਰਾਂਗੇ। ਦੈਨ ਹੈ ਬੇਟਾ ਮੋਲੀਕੂਲਰ ਬਾਇਓਲੋਜੀ। ਸੈੱਲ ਦੇ ਵਿੱਚ ਕਿਹੜੇ ਕਿਹੜੇ ਬਾਇਓ ਮੋਲੀਕਿਊਲਸ ਹੈਗੇ ਨੇ। ਪ੍ਰੋਟੀਨ ਹੈ, ਕਾਰਬੋਹਾਈਡਰੇਟ ਹੈ, ਇਹ ਅਸੀਂ ਸਾਰੇ ਪੜ੍ਹੇ ਹੋਏ ਆ ਨਾ। ਤੁਸੀਂ ਜਿਹੜਾ ਹੈਗਾ ਹੁਣ ਤੱਕ ਪੜ੍ਹਿਆ ਹੋਊਗਾ ਕਿ ਸਾਡੇ ਕੋਲੇ ਪ੍ਰੋਟੀਨ ਹੁੰਦਾ ਜੀ। ਪ੍ਰੋਟੀਨ ਕਾਹਦਾ ਬਣਿਆ ਹੋਇਆ? ਅਮਾਈਨੋ ਐਸਿਡਸ ਦਾ ਬਣਿਆ ਹੋਇਆ ਹੈ। ਸਾਡੇ ਕੋਲੇ ਕਾਰਬੋਹਾਈਡਰੇਟਸ ਹੁੰਦੇ ਹੈ। ਅਤੇ ਤੁਸੀਂ ਜਿਹੜਾ ਹੈਗਾ ਆਹ ਤਾਂ 2 ਨਾਮ ਜਿਹੜੇ ਹੈਗੇ ਨੇ ਜ਼ਰੂਰ ਪੜ੍ਹੇ ਸੁਣੇ ਹੋਣਗੇ ਕਿ DNA ਹੁੰਦਾ ਹੈ, RNA ਹੁੰਦਾ ਹੈ। ਮੈਂ ਐਕਸਪੈਕਟ ਕਰਦਾ ਕਿ ਤੁਹਾਨੂੰ DNA ਅਤੇ RNA ਦੀ ਫੁੱਲ ਫੋਰਮ ਪਤਾ ਹੋਊਗੀ, ਬਟ ਉਹ ਫੁੱਲ ਫੋਰਮ ਕਿਵੇਂ ਬਣੀ ਹੈ। ਡੀਆਕਸੀਰਾਈਬੋਨਿਊਕਲਿਕ ਐਸਿਡ ਜਿਹੜਾ ਹੈਗਾ ਉਹਦੇ ਵਿੱਚ ਕੀ ਕੁਝ ਹੈਗਾ। DNA ਦਾ ਸਾਡੀ ਬਾਡੀ ਲਈ ਕੰਮ ਕੀ ਕੁਛ ਹੈਗਾ, ਕਿਵੇਂ DNA ਸਾਡੀ ਬਾਡੀ ਨੂੰ ਕੰਟਰੋਲ ਕਰਦਾ ਹੈਗਾ, ਕਿਉਂ ਅਸੀਂ ਇਸ ਨੂੰ ਜੈਨੇਟਿਕ ਮਟੀਰੀਅਲ ਕਹਿੰਦੇ ਹਾਂ। ਇਹ ਇੱਕ ਬਹੁਤ ਇੰਪੋਰਟੈਂਟ ਫੀਲਡ ਹੈਗਾ ਮੋਲੀਕੂਲਰ ਬਾਇਓਲੋਜੀ, ਜਿਹੜੀ ਕਿ ਅਸੀਂ +2 ਦੇ ਵਿੱਚ ਜਿਹੜੀ ਹੈਗੀ ਹੈ ਇਹ ਵੀ ਜਿਹੜੀ ਮੋਲੀਕੂਲਰ ਬਾਇਓਲੋਜੀ ਪੜ੍ਹਾਂਗੇ। ਅਤੇ ਬਾਇਓ ਮੋਲੀਕਿਊਲਸ ਦਾ ਜਿਹੜਾ ਹੈਗਾ ਬੇਟਾ ਚੈਪਟਰ ਸਾਡੇ ਕੋਲ +1 ਦੇ ਵਿੱਚ ਹੀ ਹੈਗਾ। ਨੈਕਸਟ ਜਿਹੜੀ ਹੈਗੀ ਹੈ ਬੇਟਾ ਜਿਹੜੇ ਫੀਲਡ ਮੈਂ ਸਟੱਡੀ ਕਰ ਰਿਹਾ ਹਾਂ, ਇਹਨਾਂ ਫੀਲਡਸ ਦੇ ਵਿੱਚੋਂ ਇੱਕ ਹੋਰ ਬਹੁਤ ਇੰਪੋਰਟੈਂਟ ਫੀਲਡ ਜਿਹੜਾ ਹੈਗਾ ਬਾਇਓਲੋਜੀ ਦਾ, ਉਹ ਹੈ ਫਿਜ਼ੀਓਲੋਜੀ। ਫਿਜ਼ੀਓਲੋਜੀ ਕੀ ਹੈ? This is the study of functions of organism and their parts. Organism as a whole ਕਿਵੇਂ ਕੰਮ ਕਰ ਰਿਹਾ ਹੈ ਅਤੇ ਉਹਦੇ ਕਿਹੜੇ ਕਿਹੜੇ ਪਾਰਟਸ ਕੰਮ ਕਰ ਰਹੇ ਹੈ। ਜਿਵੇਂ ਸਕਰੀਨ ਦੇ ਉੱਤੇ ਇੱਕ ਪਿਕਚਰ ਦਿਖਾਈ ਹੋਈ ਹੈ, ਤੁਸੀਂ ਦੇਖੋ ਬੇਟਾ ਕਿ ਇਹਦੇ ਅਲੱਗ-ਅਲੱਗ ਆਰਗਨਸ, ਜਿਵੇਂ ਇੱਥੇ ਇਹਦੀ ਬਾਡੀ ਦੇ ਜੁਆਇੰਟ ਦੀ ਗੱਲ ਕੀਤੀ ਹੈ, ਇਹ ਮਸਕੂਲੇਚਰ ਦੀ ਗੱਲ ਕੀਤੀ ਹੈ, ਹਾਰਟ ਦੀ ਗੱਲ ਕੀਤੀ ਹੈ, ਡਾਈਜੈਸਟਿਵ ਸਿਸਟਮ ਦੀ ਗੱਲ ਕੀਤੀ ਹੈ, ਕਿਡਨੀਜ਼ ਦੀ ਗੱਲ ਕੀਤੀ ਹੈ ਜਿਹੜਾ ਕਿ ਐਕਸਕ੍ਰੀਟਰੀ ਸਿਸਟਮ ਦਾ ਪਾਰਟ ਹੈ, ਸਕੈਲਟਨ ਸਿਸਟਮ ਜਿਹੜਾ ਪੂਰੀ ਬਾਡੀ ਨੂੰ ਸਪੋਰਟ ਦੇ ਰਿਹਾ ਹੈ, ਰੀਪਰੋਡਕਟਿਵ ਸਿਸਟਮ ਦੀ ਗੱਲ ਕੀਤੀ ਹੈ ਬੇਟਾ, ਨਿਊਰੋਨਸ ਨੇ, ਬਲੱਡ ਹੈਗਾ, ਟਿਸ਼ੂਜ਼ ਹੈਗੇ ਨੇ ਹੋਰ ਬਹੁਤ ਸਾਰੇ। ਤਾਂ ਬੇਟਾ ਇਹ ਸਾਰੇ ਦੇ ਸਾਰੇ ਜਿਹੜੇ ਆਪਣੀ ਬਾਡੀ ਦੇ ਪਾਰਟ ਹੈਗੇ ਨੇ ਕਿਵੇਂ ਕਿਵੇਂ ਕੰਮ ਕਰ ਰਹੇ ਹੈ। ਬਾਡੀ ਦੇ ਜਿੰਨੇ ਵੀ ਸਿਸਟਮਸ ਨੇ ਉਹਨਾਂ ਸਾਰੇ ਸਿਸਟਮਸ ਦੇ ਕੰਮ ਕਰਨ ਦੇ ਤਰੀਕੇ ਬਾਰੇ ਅਤੇ ਉਹਨਾਂ ਦੇ ਸਟਰਕਚਰ ਬਾਰੇ ਅਸੀਂ ਇਸ ਬ੍ਰਾਂਚ ਦੇ ਵਿੱਚ ਪੜ੍ਹਾਂਗੇ ਫਿਜ਼ੀਓਲੋਜੀ ਦੇ ਵਿੱਚ। ਇਨਫੈਕਟ ਬੇਟਾ ਜਿਹੜਾ ਹੈਗਾ 10+1 ਦੀ ਬਾਇਓਲੋਜੀ ਦੇ ਵਿੱਚ ਹੈਗਾ। ਇਹ +1 ਦੀ ਬਾਇਓਲੋਜੀ ਦੇ ਵਿੱਚ ਲਾਸਟ ਯੂਨਿਟ ਹੈ, ਲਾਸਟ ਹੈਗਾ, ਬਟ ਸਭ ਤੋਂ ਵੱਧ ਇੰਟਰਸਟਿੰਗ, ਸਭ ਤੋਂ ਵੱਧ ਨੌਲੇਜ ਸਾਨੂੰ ਇਸ ਯੂਨਿਟ ਦੇ ਵਿੱਚੋਂ ਮਿਲੂਗੀ।
ਇਹੀ ਉਹ ਯੂਨਿਟ ਹੈ ਜਿਹੜੀ ਯੂਨਿਟ ਦੇ ਵਿੱਚ ਜਾ ਕੇ ਤੁਸੀਂ ਸਾਰੇ ਸਾਡੇ ਸਿਸਟਮ, ਡਾਈਜੈਸਟਿਵ ਸਿਸਟਮ, ਰੈਸਪੀਰੇਟਰੀ ਸਿਸਟਮ, ਸਰਕੂਲੇਟਰੀ ਸਿਸਟਮ, ਐਕਸਕ੍ਰੀਟਰੀ ਸਿਸਟਮ, ਨਰਵਸ ਸਿਸਟਮ, ਮਸਕੂਲੇਚਰ ਸਿਸਟਮ, ਸਾਰੇ ਜਿਹੜੇ ਹੈਗੇ ਨੇ ਬਾਡੀ ਦਾ ਮਸਕੂਲੇਚਰ ਹੈਗਾ ਬੇਟਾ, ਇਹ ਸਾਰੇ ਸਿਸਟਮ ਜਿਹੜੇ ਅਸੀਂ ਇਸ ਬ੍ਰਾਂਚ ਦੇ ਵਿੱਚ ਜਾ ਕੇ ਫਿਜ਼ੀਓਲੋਜੀ ਦੇ ਵਿੱਚ ਜਾ ਕੇ ਪੜ੍ਹਾਂਗੇ। ਸੋ ਸਾਡੇ ਲਈ ਬਹੁਤ ਇੰਪੋਰਟੈਂਟ ਬ੍ਰਾਂਚ ਹੈਗੀ ਫਿਜ਼ੀਓਲੋਜੀ। ਫਿਜ਼ੀਓਲੋਜੀ ਦਾ ਮਤਲਬ ਕਿ ਕੋਈ ਚੀਜ਼ ਕੰਮ ਕਿਵੇਂ ਕਰਦੀ ਹੈ, ਉਹਦੇ ਕੰਮ ਕਰਨ ਦੇ ਤਰੀਕੇ ਬਾਰੇ, ਉਹਦੇ ਫੰਕਸ਼ਨਸ ਬਾਰੇ ਪੜ੍ਹਨਾ, ਦੈਟ ਇਜ਼ ਫਿਜ਼ੀਓਲੋਜੀ। ਸੋ ਦ ਨੈਕਸਟ ਬ੍ਰਾਂਚ ਇਜ਼ ਜਿਓਲੋਜੀ। ਮੈਂ ਆਲਰੇਡੀ ਇਹਦੇ ਬਾਰੇ ਦੱਸ ਚੁੱਕਿਆ ਬੇਟਾ। ਦਿਸ ਇਜ਼ ਦ ਸਟੱਡੀ ਆਫ ਐਨੀਮਲਸ ਇਨਕਲੂਡਿੰਗ ਐਨੀਮਲ ਬਿਹੇਵੀਅਰ ਆਲਸੋ। ਐਨੀਮਲ ਬਿਹੇਵੀਅਰ ਦੀ ਵੀ ਅਸੀਂ ਇਹਦੇ ਵਿੱਚ ਗੱਲ ਕਰਦੇ ਹਾਂ। ਐਨੀਮਲ ਬਿਹੇਵੀਅਰ ਕਿਹੋ ਜਿਹਾ ਹੁੰਦਾ ਹੈ, ਤੁਸੀਂ ਜਿਹੜਾ ਅਕਸਰ ਦੇਖਿਆ ਹੋਊਗਾ ਬੇਟਾ ਕਿ ਜਦੋਂ ਐਨੀਮਲਸ ਅਗਰੈਸ਼ਨ ਦੇ ਵਿੱਚ ਹੁੰਦੇ ਨੇ ਉਹਨਾਂ ਦਾ ਬਾਡੀ ਸਟਰਕਚਰ ਕੁਝ, ਬਾਡੀ ਪੋਸਚਰ ਕੁਝ ਹੋਰ ਹੋ ਜਾਂਦਾ ਹੈ। ਸਾਨੂੰ ਜਿਹੜਾ ਹੈਗਾ ਐਨੀਮਲ ਨੂੰ ਵੇਖ ਕੇ ਅੰਦਾਜ਼ਾ ਲੱਗ ਜਾਂਦਾ ਕਿ ਹੁਣ ਇਹ ਅਗਰੈਸ਼ਨ ਦੇ ਵਿੱਚ ਹੈ ਕਿ ਅਗਰੈਸ਼ਨ ਦੇ ਵਿੱਚ ਨਹੀਂ ਹੈਗਾ। ਅਸੀਂ ਆਮ ਹੀ ਜਿਹੜਾ ਦੇਖਦੇ ਹਾਂ ਕਿ ਜਦੋਂ ਕੁੱਤੇ ਲੜ ਪੈਂਦੇ ਨੇ, ਇੱਕ ਤਾਂ ਉਹ ਪਿੱਛੋਂ ਪੂੰਛ ਦੇਖੋ ਜਮਾਂ ਸਿੱਧੀ ਪਿੱਛੋਂ ਕਰ ਲੈਂਦੇ ਨੇ, ਕਿਉਂਕਿ ਉਹਨਾਂ ਦੀ ਅਗਰੈਸ਼ਨ ਦੀ ਨਿਸ਼ਾਨੀ ਹੈ ਉਹ। ਜਿਹੜੇ ਆਪਣੇ ਆਮ ਹੀ ਦੇਖਿਆ ਜਾਵੇ ਕਿ ਸਾਡੀ ਬਾਡੀ ਦੇ ਵਿੱਚ ਕਈ ਵਾਰੀ ਜਿਹੜੇ ਹੈਗੇ ਜਿਵੇਂ ਆਪਾਂ ਕਹਿੰਦੇ ਬਾਲ ਖੜੇ ਹੋ ਜਾਂਦੇ, ਤਾਂ ਸਭ ਕੁਝ ਕੀ ਹੈ, ਜਦੋਂ ਅਸੀਂ ਅਗਰੈਸ਼ਨ ਦੇ ਵਿੱਚ ਆ ਤਾਂ ਸਾਡਾ ਐਨੀਮਲ ਬਿਹੇਵੀਅਰ ਦੇ ਇਹ ਨਿਸ਼ਾਨੀਆਂ ਹੈਗੀਆਂ ਨੇ। ਜਾਂ ਇੱਕ ਹੋਰ ਬਹੁਤ ਇੰਟਰਸਟਿੰਗ ਐਨੀਮਲ ਬਿਹੇਵੀਅਰ ਜਿਹੜੀ ਮੈਂ ਬੱਚਿਆਂ ਨਾਲ ਅਕਸਰ ਗੱਲ ਕਰਦਾ ਹਾਂ ਹੈ ਕਿ ਹਨੀ ਬੀਜ਼ ਦੇ ਵਿੱਚ ਇੱਕ ਇਹੋ ਜਿਹਾ ਇੰਟਰਸਟਿੰਗ ਐਨੀਮਲ ਬਿਹੇਵੀਅਰ ਦਾ ਐਗਜ਼ਾਮਪਲ ਛੁਪਿਆ ਹੋਇਆ ਹੈ, ਜਿਹੜਾ ਐਗਜ਼ਾਮਪਲ ਜਿਹੜਾ ਹੈਗਾ ਬੇਟਾ ਸਾਨੂੰ ਬਹੁਤ ਕੁਝ ਸੋਚਣ ਲਈ ਮਜਬੂਰ ਕਰ ਦਿੰਦਾ ਹੈ ਕਿ ਕਿਵੇਂ ਐਨੀਮਲਸ ਇਵੋਲਵ ਹੋਏ ਹੈ। ਹਨੀ ਬੀਜ਼ ਦੇ ਵਿੱਚ ਕੀ ਹੈ ਕਿ ਹਨੀ ਬੀਜ਼ ਬਾਰੇ ਥੋੜ੍ਹਾ ਜਿਹਾ ਤੁਹਾਨੂੰ ਮੈਂ ਦੱਸਾਂ ਕਿ ਉਹਨਾਂ ਦੀ ਕਲੋਨੀ ਦੇ ਵਿੱਚ ਕੁਝ ਕੁ ਮੱਖੀਆਂ ਜਿਹੜੀਆਂ ਹੈਗੀਆਂ ਨੇ ਬੇਟਾ ਵਰਕਰਸ ਹੁੰਦੀਆਂ ਨੇ, ਇੱਕ ਕੁਈਨ ਹੁੰਦੀ ਹੈ, ਅਤੇ ਬਹੁਤ ਘੱਟ ਜਿਹੜੇ ਹੈਗੇ ਨੇ ਬੇਟਾ ਉਹ ਡਰੋਨ ਹੁੰਦੇ ਨੇ। ਡਰੋਨਸ ਦਾ ਕੰਮ ਰਿਪਰੋਡਕਸ਼ਨ ਕਰਨ ਦਾ ਹੈਗਾ, ਕੁਈਨ ਸਾਰੇ ਨੂੰ ਕੰਟਰੋਲ ਕਰਦੀ ਹੈ, ਬਟ ਛੱਤੇ ਦਾ ਅਸਲ ਕੰਮ ਕੌਣ ਕਰ ਰਿਹਾ ਹੈ, ਵਰਕਰਸ। ਜ਼ਿਆਦਾਤਰ ਨੰਬਰ ਕਿਹਦਾ ਹੈ, ਵਰਕਰਸ ਦਾ। ਵਰਕਰਸ ਬਾਹਰ ਜਿਹੜਾ ਹੈਗਾ ਕੰਮ ਕਰਨ ਲਈ ਜਾਂਦੀਆਂ ਨੇ। ਮੰਨ ਲਓ ਇੱਕ ਵਰਕਰ ਬੀ ਨੂੰ ਜਿਹੜਾ ਹੈਗਾ ਉੱਥੇ ਬੇਟਾ ਪਤਾ ਲੱਗ ਜਾਂਦਾ ਕਿ ਇੱਥੇ ਸ਼ਹਿਦ ਹੈਗਾ ਪਿਆ, ਫੂਡ ਸੋਰਸ ਅਵੇਲੇਬਲ ਹੈਗਾ, ਤਾਂ ਉਹ ਇਕੱਲੀ ਥੋੜ੍ਹੀ ਉੱਥੋਂ ਇਕੱਠਾ ਕਰਕੇ ਲੈ ਕੇ ਆਊਗੀ ਰਸ, ਉਹ ਆ ਕੇ ਬਾਕੀ ਸਾਰਿਆਂ ਨੂੰ ਦੱਸੂਗੀ। ਤਾਂ ਉਹਨੇ ਬਾਕੀ ਸਾਰਿਆਂ ਨੂੰ ਆ ਕੇ ਜਦੋਂ ਦੱਸਣਾ ਬੇਟਾ, ਇੱਥੇ ਹੀ ਇੰਟਰਸਟਿੰਗ ਐਨੀਮਲ ਬਿਹੇਵੀਅਰ ਛੁਪਿਆ ਹੋਇਆ ਹੈ, ਜਿਹਦੇ ਵਿੱਚ ਇਹਨਾਂ ਦਾ ਹੈਗਾ ਡਾਂਸਿੰਗ ਬਿਹੇਵੀਅਰ, ਕਿ ਇਹ ਜਿਹੜਾ ਹੈਗਾ ਕੁਝ ਪਾਰਟੀਕੂਲਰ ਸਟਾਈਲ ਦੇ ਵਿੱਚ ਇਸ ਤਰੀਕੇ ਨਾਲ ਜਾਂ ਇਹੋ ਜਿਹੇ ਤਰੀਕੇ ਨਾਲ ਅਲੱਗ-ਅਲੱਗ ਤਰੀਕੇ ਨਾਲ ਡਾਂਸ ਕਰਦੀ ਹੈ, ਜਿਹਦੇ ਤੋਂ ਸਾਨੂੰ ਇਹ ਵੀ ਪਤਾ ਲੱਗ ਜਾਂਦਾ ਹੈ ਕਿ ਜਿਹੜਾ ਫੂਡ ਪਿਆ ਹੈਗਾ ਉਹ ਫੂਡ ਦੀ ਡਾਇਰੈਕਸ਼ਨ ਕਿਵੇਂ ਹੈ, ਕਿਉਂਕਿ ਇਹ ਸਨ ਦੇ ਨਾਲ ਕੋਈ ਪਾਰਟੀਕੂਲਰ ਐਂਗਲ ਬਣਾ ਕੇ ਜਿਹੜਾ ਡਾਂਸ ਕਰਦੇ ਨੇ, ਜਿਹਦੋਂ ਸਾਨੂੰ ਫੂਡ ਦੀ ਡਾਇਰੈਕਸ਼ਨ ਦਾ ਵੀ ਪਤਾ ਲੱਗ ਜਾਂਦਾ ਹੈ, ਅਤੇ ਉਸਦੀ ਇੰਟੈਂਸਿਟੀ ਤੋਂ ਕਿਹੋ ਜਿਹੇ ਤਰੀਕੇ ਨਾਲ ਉਹ ਕਰ ਰਹੇ ਨੇ ਉਹ ਤੋਂ ਇਹ ਵੀ ਪਤਾ ਲੱਗ ਜਾਂਦਾ ਕਿ ਫੂਡ ਦਾ ਸੋਰਸ ਕਿੰਨਾ ਕੁ ਹੈ। ਇਸ ਕਰਕੇ ਬੇਟਾ ਇਹ ਸਾਰਾ ਐਨੀਮਲ ਬਿਹੇਵੀਅਰ ਅਸੀਂ ਜਿਓਲੋਜੀ 'ਚ ਹੀ ਪੜ੍ਹਾਂਗੇ। ਬਟ ਅੱਜ ਮੈਂ ਤੁਹਾਨੂੰ ਇੱਕ ਕੰਮ ਦਊਂਗਾ ਕਿ ਤੁਸੀਂ ਗੂਗਲ ਦੇ ਵਿੱਚ ਜਾ ਕੇ ਜ਼ਰੂਰ ਜਿਹੜਾ ਹੈਗਾ ਬੇਟਾ ਡਾਂਸਿੰਗ ਬਿਹੇਵੀਅਰ ਜਿਹੜਾ ਹਨੀ ਬੀਜ਼ ਦਾ ਜਿਹੜਾ ਹੈਗਾ ਬੇਟਾ ਉਹ ਜ਼ਰੂਰ ਪੜ੍ਹਿਓ, ਜਿੱਥੋਂ ਤੁਹਾਨੂੰ ਬਹੁਤ ਕੁਝ ਸਿੱਖਣ ਨੂੰ ਮਿਲੂਗਾ। ਸੋ ਇਹ ਸਾਰੀ ਐਨੀਮਲਸ ਦੀ ਸਟੱਡੀ, ਐਨੀਮਲਸ ਕਿਹੜੇ ਕਿਹੜੇ ਹੈ, ਕਿਵੇਂ ਕਿਵੇਂ ਐਨੀਮਲਸ ਕੰਮ ਕਰਦੇ, ਉਹ ਸਾਰੀ ਐਨੀਮਲਸ ਦੀ ਸਟੱਡੀ ਬੇਟਾ ਅਸੀਂ ਇਸ ਬ੍ਰਾਂਚ ਦੇ ਵਿੱਚ ਪੜ੍ਹਾਂਗੇ। ਦੈਟ ਬ੍ਰਾਂਚ ਇਜ਼ ਕਾਲਡ ਜਿਓਲੋਜੀ। ਸੋ ਬੇਟਾ ਇਹ ਸੀਗੇ 9 ਫੀਲਡਸ ਜਿਹੜੇ ਹੈਗੇ ਆ ਬੇਟਾ ਅਸੀਂ ਸਟੱਡੀ ਕਰਨੇ ਸੀਗੇ। ਸੋ ਅੱਜ ਦੇ ਇਸ ਲੈਕਚਰ ਦੇ ਵਿੱਚ ਮੈਂ ਤੁਹਾਨੂੰ ਇੰਪੋਰਟੈਂਸ ਆਫ ਬਾਇਓਲੋਜੀ ਦੱਸੀ ਹੈ। ਮੈਂ ਉਮੀਦ ਕਰਦਾ ਕਿ ਜੋ ਮੈਂ ਤੁਹਾਨੂੰ ਦੱਸਿਆ ਉਹ ਸਮਝ ਲੱਗਿਆ ਹੋਵੇਗਾ। ਹੁਣ ਕੱਲ੍ਹ ਤੋਂ ਬੇਟਾ ਅਸੀਂ ਪ੍ਰੋਪਰ ਜਿਹੜੀ ਹੈਗੀ ਆ ਬੁੱਕ ਲੈ ਕੇ ਇਸ ਦਾ ਕੰਮ ਸ਼ੁਰੂ ਕਰਾਂਗੇ। ਤੁਹਾਡੇ ਕੋਲੇ ਬੇਟਾ ਬੁੱਕਸ ਦੀ PDF ਜਿਹੜੀ ਹੈਗੀ ਆ ਉਹ ਜੇ ਨਹੀਂ ਹੈਗੀ ਡਾਊਨਲੋਡ ਕਰ ਲਓ, ਜੇ ਨਹੀਂ ਮਿਲਦੀ ਤਾਂ ਸਕਰੀਨ 'ਤੇ ਮੇਰੇ ਦਿੱਤੇ ਹੋਏ WhatsApp ਨੰਬਰ 'ਤੇ ਮੇਰੇ ਤੋਂ ਕਦੋਂ ਵੀ ਡਿਮਾਂਡ ਕਰ ਸਕਦੇ ਹੋ। ਕੱਲ੍ਹ ਅਸੀਂ ਸਟਾਰਟ ਕਰਾਂਗੇ 10+ ਬਾਇਓਲੋਜੀ ਦਾ ਫਸਟ ਚੈਪਟਰ। ਸੋ ਇਸ ਫਸਟ ਚੈਪਟਰ ਦੇ ਵਿੱਚ ਲਿਵਿੰਗ ਆਰਗੈਨਿਜ਼ਮ ਬਾਰੇ ਹੈਗਾ, ਉਹ ਅਸੀਂ ਕੱਲ੍ਹ ਸਟਾਰਟ ਕਰਾਂਗੇ। ਅੱਜ ਅਸੀਂ ਜਿਹੜਾ ਹੈਗਾ ਇੱਕ ਆਈਡੀਆ ਜ਼ਰੂਰ ਲੈ ਰਹੇ ਕਿ ਬਾਇਓਲੋਜੀ ਸਬਜੈਕਟ ਕੀ ਹੈ ਅਤੇ ਸਾਡੇ ਲਈ ਕਿਉਂ ਜ਼ਰੂਰੀ ਹੈ ਇਹ ਪੜ੍ਹਨਾ। ਸੋ ਬੇਟਾ ਇਹ ਸਾਰਾ ਲੈਕਚਰ ਧਿਆਨ ਨਾਲ ਸੁਣੋ, ਆਪਣੀ ਨੋਟਬੁੱਕ 'ਤੇ ਨੋਟ ਕਰੋ। ਥੈਂਕ ਯੂ ਬੇਟਾ, ਥੈਂਕ ਯੂ ਵੈਰੀ ਮੱਚ।